ਹੈਲੋ ਫਰੈਂਡਸ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਅਭੀਪੀਡੀਆ ਦੇ ਡਿਜੀਟਲ ਪਲੇਟਫਾਰਮ ਦੇ ਅੰਦਰ। ਮੈਂ ਅਮਨ ਬਾਂਸਲ ਤੁਹਾਡਾ ਸਵਾਗਤ ਕਰਦਾ ਜੀ ਅੱਜ ਦੀ ਕਲਾਸ ਦੇ ਅੰਦਰ। ਲਾਸਟ ਕਲਾਸ ਜੋ ਆਪਾਂ ਪੜ੍ਹੀ ਸੀ ਜੀ ਕੰਪਿਊਟਰ ਦੇ ਵਿੱਚ, ਉਹ ਆਪਾਂ ਨੰਬਰ ਸਿਸਟਮ ਦੇ ਰਿਗਾਰਡਿੰਗ ਨੂੰ ਕਲਾਸ ਨੂੰ ਦੇਖਿਆ ਸੀ। ਉਹਦੇ ਵਿੱਚ ਆਪਾਂ ਕੁਝ ਬੇਸਿਕ ਟੌਪਿਕਸ ਨੂੰ ਇੰਟਰੋਡਿਊਸ ਵੀ ਕੀਤਾ ਸੀ, ਕਿਹੜੇ-ਕਿਹੜੇ ਸਵਾਲ ਆਪਣੇ ਐਗਜ਼ਾਮਸ ਦੇ ਅੰਦਰ ਆਉਂਦੇ ਆ। ਹੋਪ ਤੁਸੀਂ ਉਹਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਪ੍ਰੈਕਟਿਸ ਕੀਤੀ ਹੋਊਗੀ ਅਤੇ ਤੁਸੀਂ ਵੀ ਬਹੁਤ ਵਧੀਆ ਸਿਹਤਮੰਦ ਹੋਵੋਗੇ ਅਤੇ ਬਹੁਤ ਵਧੀਆ ਤਰੀਕੇ ਨਾਲ ਤਿਆਰੀ ਕਰ ਰਹੇ ਹੋਵੋਗੇ ਸਾਰੇ ਪੰਜਾਬ ਦੇ ਐਗਜ਼ਾਮਸ ਦੀ। ਅਤੇ ਅਭੀਪੀਡੀਆ ਜੋ ਕਿ ਇੰਪਾਵਰਡ ਬਾਏ ਅਭਿਮਨਿਊ IAS ਹੈ, ਤੁਹਾਡੇ ਲਈ ਇੱਕ ਬਹੁਤ ਵਧੀਆ ਤਰੀਕੇ ਦਾ ਇੱਕ ਆਫਰ ਲੈ ਕੇ ਆਇਆ ਕਿ ਜਿੰਨੇ ਵੀ ਸਾਰੇ ਐਗਜ਼ਾਮ ਹੈ, ਆਲ ਪੰਜਾਬ ਗਵਰਨਮੈਂਟ ਐਗਜ਼ਾਮਸ, ਨੈਬ ਤਹਿਸੀਲਦਾਰ, ਫੂਡ ਇੰਸਪੈਕਟਰ, ਕੋਆਪਰੇਟਿਵ ਇੰਸਪੈਕਟਰ, ਪਟਵਾਰੀ, ਪੁਲਿਸ ਕਾਂਸਟੇਬਲ, ਪੰਜਾਬ ਪੁਲਿਸ SI ਐਕਸਾਈਜ਼ ਟੈਕਸੇਸ਼ਨ ਇੰਸਪੈਕਟਰ, ਜਿੰਨੇ ਵੀ ਕੋਰਸਿਸ ਇੱਥੇ ਲਿਖੇ ਹੋਏ ਹੈ, ਇਹ ਸਾਰੇ ਦੇ ਸਾਰੇ ਆਪਾਂ ਨੂੰ ਇੱਕੋ ਪੈਕ ਦੇ ਅੰਦਰ ਹੀ ਮਿਲਣਗੇ, ਇੱਕੋ ਪੈਕ ਦੇ ਅੰਦਰ। ਅਤੇ ਇਹ ਸਾਰਾ ਜਿਹੜਾ ਪੈਕ ਦਾ ਕੋਸਟ ਹੈ ਇਹ 17,500 ਦੇ ਅੰਦਰ ਹੈ। 30% ਇਹਦੇ ਉੱਪਰ ਆਫ ਚੱਲ ਰਿਹਾ ਹੈ। ਅਤੇ ਇਹ ਜਿਹੜਾ ਵੀ ਕੋਰਸ ਆ ਆਪਣੇ ਕੋਲ ਜੀ 1 ਸਾਲ ਦੇ ਲਈ ਵੈਲਿਡ ਹੈ। ਇਹਨਾਂ ਦੇ ਵਿੱਚ ਤੁਸੀਂ ਕਿਹੜਾ ਵੀ ਕੋਰਸ ਲੈ ਕੇ ਤੁਸੀਂ ਆਪਦੀ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਸਕਦੇ ਹੋ। ਦੈਨ ਆਪਾਂ ਅੱਜ ਦੇ ਫਸਟ ਟੌਪਿਕ 'ਤੇ ਚੱਲਦੇ ਹਾਂ, ਨੰਬਰ ਸਿਸਟਮ ਦੀ ਕਨਵਰਜ਼ਨ ਵੈਲਿਊ। ਇਹ ਤੁਹਾਨੂੰ ਲਾਸਟ ਕਲਾਸ ਦੇ ਵਿੱਚ ਵੀ ਮੈਂ ਤੁਹਾਨੂੰ ਦੱਸਿਆ ਸੀ ਕਿਹੜੀ ਸਲਾਈਡਸ ਹੈ, ਕਿਸ ਤਰੀਕੇ ਨਾਲ ਪੜ੍ਹਨਾ ਹੈ, ਅਤੇ ਉਹ ਸਾਰੀਆਂ PDF ਆਪਣੇ ਲੈਕਚਰ ਦੇ ਵਿੱਚ ਲੱਗ ਵੀ ਚੁੱਕੀਆਂ। ਤੁਸੀਂ ਐਪ ਦੇ ਥਰੂ ਕੀ ਕਰ ਸਕਦੇ ਹੋ, ਉਹਨਾਂ ਨੂੰ ਅਸੈਸ ਕਰ ਸਕਦੇ ਹੋ। ਜੋ ਕੋਈ ਵੀ ਡਾਊਟ, ਕੋਈ ਪਰੇਸ਼ਾਨੀ ਹੈਗੀ ਹੈ ਤਾਂ ਕਮੈਂਟ ਬਾਕਸ ਦੇ ਅੰਦਰ ਤੁਸੀਂ ਦੱਸ ਸਕਦੇ ਹੋ ਕਿ ਸਰ ਇਹ ਵਾਲਾ ਟੌਪਿਕ ਆਪਾਂ ਨੂੰ ਨਹੀਂ ਸਮਝ ਆਇਆ। ਅੱਜ ਇਹ ਵਾਲਾ ਆਪਾਂ ਟੌਪਿਕ ਕੰਪਲੀਟ ਕਰਾਂਗੇ। ਜਿਵੇਂ ਕਿ ਆਪਾਂ ਡੈਸੀਮਲ, ਜੋ ਵੀ ਕੁਝ ਨਵੇਂ ਯੂਜ਼ਰ ਜੁੜੇ ਨੇ, ਡੈਸੀਮਲ ਦੀ ਆਪਾਂ ਗੱਲ ਕਰਦੇ ਹਾਂ ਜੀ, 0 ਤੋਂ ਲੈ ਕੇ 9 ਤੱਕ ਗੱਲ ਕਰਦੇ ਹਾਂ। ਬੇਸ ਆਪਣਾ ਕੀ ਹੁੰਦਾ ਜੀ, ਇਹਦਾ 10 ਬੇਸ ਹੁੰਦਾ ਹੈ। ਬਾਈਨਰੀ ਕੀ ਹੁੰਦਾ ਜੀ, 0 ਤੇ 1 ਹੀ ਸਮਝ ਆਉਂਦਾ, ਅਤੇ ਬੇਸ ਕੀ ਹੁੰਦਾ 2 ਹੁੰਦਾ। ਜਿਹੜਾ ਆਕਟਲ ਹੁੰਦਾ ਜੀ 0 ਤੋਂ 7 ਤੱਕ ਹੁੰਦਾ, ਬੇਸ ਇਹਦਾ 8 ਹੁੰਦਾ। ਹੈਗਜ਼ਾਡੈਸੀਮਲ ਦੀ ਜਿਹੜੀ ਕਾਊਂਟਿੰਗ ਹੁੰਦੀ ਹੈ ਜੀ, ਉਹ ਕਾਊਂਟਿੰਗ ਹੁੰਦੀ ਹੈ 0 ਤੋਂ 9 ਤੱਕ ਤਾਂ ਚੱਲਦਾ ਹੀ ਚੱਲਦਾ। ਜਦੋਂ 10 ਤੋਂ ਅੱਗੇ ਵੱਧ ਜਾਂਦਾ, ਵੈਸੇ 15 ਤੱਕ ਹੁੰਦਾ ਜੀ, ਤਾਂ 10 ਤੋਂ ਲੈ ਕੇ 15 ਤੱਕ ਉਹਨੂੰ ਆਪਾਂ ਡਿਨੋਟ ਕਰ ਦਿੰਦੇ ਜੀ A ਤੇ F, ਅਤੇ ਜਿਹੜਾ ਇਹਦਾ ਬੇਸ ਹੁੰਦਾ ਜੀ ਉਹ 16 ਹੁੰਦਾ। ਤੁਸੀਂ ਇਹਦੇ ਵਿੱਚ ਕੋਈ ਕਨਫਿਊਜ਼ ਨਹੀਂ ਹੋਣਾ ਜੀ। ਜਿਵੇਂ 24 ਲਿਖਿਆ, ਇਹ ਮੈਥ ਦਾ ਇੱਕ ਨੰਬਰ ਹੈ। ਜੇ 24 ਨੂੰ ਆਪਾਂ ਬ੍ਰੈਕਟ ਦੇ ਵਿੱਚ ਕੈਦ ਕਰ ਦਿੱਤਾ ਤਾਂ ਉਹ ਆਪਣੇ ਕੋਲ ਕੀ ਬਣ ਗਿਆ ਜੀ, ਨੋਟੇਸ਼ਨ ਦੇ ਹਿਸਾਬ ਨਾਲ ਇਹ ਡੈਸੀਮਲ ਬਣ ਗਿਆ। ਇਹੀ ਜੇ ਆਪਾਂ ਨੰਬਰ 30 ਲਿਖਿਆ, 8 ਲਿਖਤਾ, ਇਹ ਆਪਣੇ ਕੋਲ ਆਕਟਲ ਬਣ ਗਿਆ। ਉਹੀ ਜੇ ਆਪਾਂ 2 4 1 ਲਿਖਤਾ, ਇਸ ਤਰੀਕੇ ਨਾਲ 16 ਲਿਖਤਾ, ਤਾਂ ਇਹ ਆਪਣੇ ਕੋਲ ਹੈਗਜ਼ਾਡੈਸੀਮਲ ਬਣੂਗਾ। ਡਿਪੈਂਡ ਕਰੇਗਾ ਕਿ ਆਪਾਂ ਉਸ ਨੂੰ ਕਿਸ ਤਰੀਕੇ ਦੀ ਨੋਟੇਸ਼ਨ ਦੇ ਵਿੱਚ ਲਿਖਿਆ, ਕਿਸ ਤਰੀਕੇ ਦੇ ਕਰਮ ਵਾਈਜ਼ ਲਿਖਿਆ। ਜਿਵੇਂ ਇਹਦੀ ਜਿਹੜੀ ਕਰਮਾਂਕਤਾ ਹੈ ਉਹ ਕੀ ਹੈ ਜੀ, 10 ਹੈ, ਇਹਦੀ 2 ਹੈ ਜੀ, ਇਹਦੀ 8 ਹੈ, ਇਹਦੀ 16। ਨੰਬਰ ਆਪਾਂ ਦੇਖਣੇ ਕਿੰਨੇ ਤੋਂ ਕਿੰਨਾ ਯੂਜ਼ ਹੋਊਗਾ, 0 ਤੋਂ 9 ਤੱਕ, 0 ਤੋਂ 1 ਤੱਕ, 0 ਤੋਂ 7 ਤੱਕ, 0 ਤੋਂ 9 ਤੱਕ, ਅਤੇ 10 ਤੋਂ 15 ਤੱਕ ਜੋ ਨੰਬਰਿੰਗ ਆਊਗੀ ਉਹਨੂੰ ਆਪਾਂ ਅਲਫਾਬੈਟਿਕਲੀ ਲਿਖਾਂਗੇ। ਉਹਨੂੰ ਅਲਫਾਬੈਟਿਕਲੀ ਰਿਪਰਜੈਂਟ ਕਰਦੇ ਆ A ਤੋਂ ਲੈ ਕੇ F ਤੱਕ। ਦੈਟ ਇਜ਼ ਬ੍ਰੈਕਟ ਜਿਹੜੀ ਦਿੱਤੀ ਆ ਉਹਨੂੰ ਆਪਾਂ 16 ਨੰਬਰ ਉੱਥੇ ਆਪਾਂ ਲਿਖਦੇ ਹਾਂ। ਅਤੇ ਇਸ ਤਰੀਕੇ ਦੀ ਡਿਫਰੈਂਸ਼ੀਏਸ਼ਨ ਆਪਾਂ ਲਾਸਟ ਕਲਾਸ ਦੇ ਵਿੱਚ ਕੀਤੀ ਸੀਗੀ। ਅਤੇ ਜਿਹੜੇ ਬੱਚੇ ਨਵੇਂ ਜੁੜੇ ਨੇ ਕਲਾਸ ਦੇ ਅੰਦਰ, ਉਹ ਪਿਛਲੀ ਕਲਾਸ ਵੀ ਜ਼ਰੂਰ ਧਿਆਨ ਨਾਲ ਦੇਖ ਲੈਣ। ਅਤੇ ਇਸ ਤਰੀਕੇ ਦੀ ਨੰਬਰਿੰਗ ਆਪਾਂ ਨੂੰ ਬਾਈਨਰੀ ਦੇ ਵਿੱਚ ਮਿਲਦੀ ਹੈ। ਆਕਟਲ ਬੇਸ ਨੰਬਰ ਲਿਖਿਆ ਹੋਇਆ ਜੀ 0 ਤੋਂ 7। ਅਤੇ ਆਪਾਂ ਜੀ ਹਾਂਜੀ, ਅੱਜ ਦਾ ਜਿਹੜਾ ਟੌਪਿਕ ਸੀ, ਜਿਵੇਂ ਤੁਹਾਨੂੰ ਦੱਸਿਆ ਸੀ ਲਾਸਟ ਟਾਈਮ ਆਪਾਂ, ਤਾਂ 24 ਨੰਬਰ ਦੀ ਆਪਾਂ ਐਗਜ਼ਾਮਪਲ ਲਿੱਤੀ ਸੀ। ਜਿਹੜੇ ਵੀ ਬੱਚੇ ਨਵੇਂ ਜੁੜੇ ਨੇ, ਇਹ ਆਪਣੇ ਕੋਲ ਇੱਕ ਡੈਸੀਮਲ ਨੰਬਰ ਹੈ। ਇੱਥੋਂ ਹੀ ਆਪਾਂ ਜੇ ਸ਼ੁਰੂਆਤ ਕਰਾਂਗੇ, ਇੱਥੋਂ ਹੀ ਆਪਾਂ ਜੇ ਹੈਗਜ਼ਾਡੈਸੀਮਲ ਤੇ ਆਕਟਲ ਨੂੰ ਕੰਪਲੀਟ ਕਰਾਂਗੇ। ਅਤੇ ਜਿੰਨੇ ਵੀ ਆਪਣੇ ਸੈਸ਼ਨਸ ਹੁੰਦੇ ਆ ਸਾਰੇ 25 ਤੋਂ ਲੈ ਕੇ 30 ਮਿੰਟ ਦੇ ਸੈਸ਼ਨ ਹੁੰਦੇ ਆ, ਜਿਹਦੇ ਵਿੱਚ ਤੁਸੀਂ ਮੈਕਸਿਮਮ ਪ੍ਰੈਕਟਿਸ ਕਰਦੇ ਹੋ ਸਾਰੇ ਸਵਾਲਾਂ ਦੀ। 24 ਨੰਬਰ ਹੈ ਜੀ, ਇਹ ਆਪਣੇ ਕੋਲ ਡੈਸੀਮਲ ਦਿੱਤਾ ਹੈ। ਇੱਥੋਂ ਆਪਾਂ ਨੂੰ ਕੁਝ ਵੀ ਪੁੱਛਿਆ ਜਾ ਸਕਦਾ। ਕੀ ਪੁੱਛਿਆ ਜਾ ਸਕਦਾ ਹੈ ਜੀ, ਬਾਈਨਰੀ ਵੀ ਪੁੱਛਿਆ ਜਾ ਸਕਦਾ ਹੈ। ਇਸੇ ਨੰਬਰ ਦਾ ਆਪਾਂ ਨੂੰ ਆਕਟਲ ਵੀ ਪੁੱਛਿਆ ਜਾ ਸਕਦਾ ਹੈ। ਇਸੇ ਹੀ ਨੰਬਰ ਦਾ ਆਪਾਂ ਨੂੰ ਹੈਗਜ਼ਾਡੈਸੀਮਲ ਵੀ ਪੁੱਛਿਆ ਜਾ ਸਕਦਾ। ਬਾਅਦ ਵਿੱਚ ਉੱਥੋਂ ਆਪਸ 'ਚ ਆਕਟਲ ਤੋਂ ਹੈਗਜ਼ਾਡੈਸੀਮਲ ਪੁੱਛ ਲੈਣ, ਬਾਈਨਰੀ ਤੋਂ ਆਕਟਲ ਪੁੱਛ ਲੈਣ, ਜਾਂ ਬਾਈਨਰੀ ਤੋਂ ਹੈਗਜ਼ਾਡੈਸੀਮਲ ਪੁੱਛ ਲੈਣ। ਇਹ ਸਾਰੀ ਪਰਿਭਾਸ਼ਾ ਆਪਾਂ ਪਹਿਲੀ ਕਲਾਸ ਦੇ ਵਿੱਚ ਸਿੱਖੀ ਸੀਗੀ। ਹੁਣ ਜੇ ਆਪਾਂ 24 ਨੂੰ ਦੇਖਦੇ ਹਾਂ, ਇੱਕ ਸਿੰਪਲ ਜੀ ਐਗਜ਼ਾਮਪਲ, ਇਹ ਤੁਸੀਂ ਨਾਲ ਦੀ ਨਾਲ ਨੋਟ ਕਰ ਲਓ ਜੀ, ਕਾਪੀ ਦੇ ਨਾਲ ਕਾਪੀ ਪੈਨ ਜ਼ਰੂਰ ਹੋਣਾ ਚਾਹੀਦਾ ਹੈ। ਹੁਣ ਆਪਾਂ 24 ਲਿਖਦੇ ਹਾਂ, 24 ਨੂੰ ਬਿਲਕੁਲ ਸਧਾਰਨ ਭਾਸ਼ਾ ਦੇ ਅੰਦਰ ਜੇ ਆਪਾਂ 2 ਨਾਲ ਸ਼ੁਰੂ ਕੀਤਾ, ਕਿਉਂਕਿ ਬਾਈਨਰੀ ਦੇ ਵਿੱਚ ਜਿਹੜਾ ਬੇਸ ਆਪਾਂ ਨੂੰ ਦਿੱਤਾ ਹੈ, ਬਾਈਨਰੀ ਦਾ ਬੇਸ ਕੀ ਹੈ 2 ਹੈ, ਆਕਟਲ ਦਾ ਬੇਸ ਕੀ ਹੈ ਜੀ 8 ਹੈ, ਤਾਂ ਆਪਾਂ ਉਹਨੂੰ ਕਾਹਦੇ ਵਿੱਚ ਸ਼ੁਰੂ ਕਰਾਂਗੇ ਜੀ 8 ਦੇ ਵਿੱਚ ਸ਼ੁਰੂ ਕਰਾਂਗੇ। ਹੈਗਜ਼ਾਡੈਸੀਮਲ ਦਾ ਬੇਸ ਕੀ ਹੈ ਜੀ 16, ਤਾਂ ਉਹਨੂੰ 16 ਦੇ ਨਾਲ ਸ਼ੁਰੂ ਕਰਾਂਗੇ। ਨਾਲ ਸ਼ੁਰੂ ਕਰਦੇ ਹਾਂ ਜੀ, ਅਤੇ ਜਿਹੜਾ ਵੀ ਹੋਊਗਾ ਨੀਚੇ ਲਿਖਾਂਗੇ, ਮਲਟੀਪਲਾਇਰ 2 12, ਰਿਮਾਈਂਡਰ ਆਪਾਂ ਸਾਈਡ 'ਤੇ ਲਿਖਾਂਗੇ।
2 6 0 नाल करते चलो 2 3 ਦਾ 6 0 2 1 ਦਾ 2 2 1 ਦਾ 1 ਆਪਣੇ ਕੋਲ ਕੀ ਆ ਗਿਆ ਰਿਮਾਈਂਡਰ ਆ ਗਿਆ। ਤਾਂ ਹੁਣ ਨੀਚੋਂ ਤੋਂ ਲੈ ਕੇ ਉੱਪਰ ਤੱਕ ਜੋ ਵੀ ਆਪਣੇ ਕੋਲ ਨੰਬਰ ਆਇਆ 1 1 0 0 0 ਇਹ ਆਪਣੇ ਕੋਲ ਕੀ ਆ ਗਿਆ ਜੀ ਬਾਈਨਰੀ ਨੰਬਰ ਆ ਗਿਆ 24 ਦਾ। ਕਿਉਂਕਿ ਬਾਈਨਰੀ ਦਾ ਬੇਸ ਕੀ ਸੀਗਾ 2 ਨਾਲ ਹੀ ਸ਼ੁਰੂ ਕੀਤਾ 2 ਨਾਲ ਹੀ ਐਂਡ ਕਰਨਾ ਹੈ। ਇੱਥੇ ਧਿਆਨ ਨਾਲ ਦੇਖੋ ਕਦੇ 3 ਨਾਲ ਲਗਾ ਦਿਓ ਕਿ ਸਰ ਅਸੀਂ ਤਾਂ ਐਲਸੀਐਮ ਐਸਸੀਐਫ ਦੇ ਹਿਸਾਬ ਨਾਲ 3 ਹੀ ਲਗਾਤਾ, ਉਹ ਨਹੀਂ ਲਗਾਉਣਾ ਜੀ ਤੁਸੀਂ ਉੱਤੇ। ਦੈਨ ਹੁਣ ਆਪਾਂ ਗੱਲ ਕਰਦੇ ਹਾਂ ਕਿ ਆਪਾਂ ਨੂੰ ਪੁੱਛਿਆ ਗਿਆ ਉਸੇ ਨੰਬਰ ਦਾ ਕਿ ਔਕਟਲ ਵੀ ਕੱਢੋ ਇਸੇ ਨੰਬਰ ਦਾ, ਤੇ 8 ਦੀਆ ਕੀ ਹੁੰਦਾ ਜੀ 24 ਹੁੰਦਾ ਜੀ, ਰਿਮਾਈਂਡਰ ਕੀ ਬਚ ਗਿਆ ਜੀ ਆਪਣੇ ਕੋਲ 0 ਬਚ ਗਿਆ, 3 ਛੋਟਾ ਜੀ, ਤਾਂ ਆਪਣੇ ਕੋਲ ਜਿਹੜਾ ਕੋਡ ਆ ਗਿਆ ਜੀ ਇਹ ਆ ਗਿਆ ਜੀ ਔਕਟਲ ਕੋਡ ਆ ਗਿਆ 24 ਦਾ। 24 ਦਾ ਬਾਈਨਰੀ ਕੋਡ ਕੀ ਹੈ ਜੀ 110002, ਉਸੇ ਦਾ ਕੋਡ ਕੀ ਹੈ ਜੀ ਔਕਟਲ 30 ਹੈ। ਤੇ ਆਪਾਂ ਹੈਗਜ਼ਾਡੈਸੀਮਲ ਜੇ ਕੋਡ ਕੱਢਣਾ ਹੈ ਤਾਂ ਉਹਦਾ ਕੀ ਹੈ 16 1 ਦਾ 16 ਜੀ, ਆਪਣੇ ਕੋਲ ਬਚ ਕਿੰਨਾ ਗਿਆ ਜੀ 8 ਬਚ ਗਿਆ ਜੀ। ਤਾਂ ਜਿਹੜਾ 18 ਨੰਬਰ ਹੈ ਇਹ ਆਪਣਾ ਕੀ ਹੈ ਜੀ ਹੈਗਜ਼ਾਡੈਸੀਮਲ ਕੋਡ ਹੈ। ਹੁਣ ਤੁਸੀਂ ਨੰਬਰਾਂ ਦੇ ਵਿੱਚ ਕਨਫਿਊਜ਼ਨ ਨਹੀਂ ਕ੍ਰੀਏਟ ਕਰਨੀ ਕਿ ਸਰ ਇਹ ਤਾਂ 0 1 ਹੈ, ਇਹ ਬਾਈਨਰੀ ਕੋਡ ਹੈ, ਬਾਈਨਰੀ 24 ਦਾ ਹੀ। ਤੇ 24 ਦਾ ਹੀ ਔਕਟਲ ਕੋਡ ਕੀ ਹੈ ਜੀ 30 ਹੈ। ਇਹ ਆਪਾਂ ਨਾਲ ਸਿੱਖ ਲਿਆ ਸੀ, ਅੱਜ ਰਿਵੀਜ਼ਨ ਵੀ ਹੋ ਗਈ। ਤੇ ਜਦੋਂ ਆਪਾਂ ਹੈਗਜ਼ਾਡੈਸੀਮਲ ਕੋਡ ਕੱਢਣਾ ਹੈ ਤਾਂ ਆਪਣੇ ਕੋਲ 16 ਤੋਂ ਸ਼ੁਰੂ ਕਰਨਾ ਹੈ, ਤਾਂ ਆਪਣੇ ਕੋਲ ਨੰਬਰ ਕੀ ਆ ਗਿਆ ਜੀ 18 ਆ ਗਿਆ। ਤਾਂ ਆਪਣੇ ਕੋਲ ਇਹ ਨੰਬਰ ਆ ਗਿਆ ਜੀ ਹੈਗਜ਼ਾਡੈਸੀਮਲ। ਤਾਂ ਆਪਾਂ ਇੱਕ ਪਹਿਲੀ ਜੀ ਸੌਖੀ ਕਨਵਰਜਨ ਸਾਰਿਆਂ ਦੀ ਕਰ ਚੁੱਕੇ ਹਾਂ ਕਿ ਕੋਈ ਨੰਬਰ ਦਿੱਤਾ ਹੋਵੇ ਉਹਦਾ ਆਪਾਂ ਬਾਈਨਰੀ ਔਕਟਲ ਹੈਗਜ਼ਾਡੈਸੀਮਲ ਕੱਢਣਾ ਹੋਵੇ ਜੀ ਕੋਡ, ਤਾਂ ਕੀ ਕਰਨਾ ਹੈ ਜਿਹੜਾ ਬੇਸ ਹੈ ਜਿਹਦੇ ਵਿੱਚ ਪੁੱਛਿਆ ਗਿਆ ਵੀ ਇਹ 'ਚ ਕਨਵਰਟ ਕਰਨਾ ਉਹਦੇ ਬੇਸ ਨਾਲ ਡਿਵਾਈਡ ਕਰ ਦਿਓ, ਆਪਣੇ ਕੋਲ ਇੱਕ ਆਸਾਨ ਭਾਸ਼ਾ ਦੇ ਵਿੱਚ ਨੰਬਰ ਆ ਜਾਏਗਾ। ਉਹਨੂੰ ਕੀ ਆਪਾਂ ਕਹਾਂਗੇ ਜੀ ਬਾਈਨਰੀ ਔਕਟਲ ਜਾਂ ਹੈਗਜ਼ਾਡੈਸੀਮਲ, ਜਿਹੜਾ ਵੀ ਆਪਾਂ ਨੂੰ ਪੁੱਛਿਆ ਗਿਆ। ਇੱਥੋਂ ਤੱਕ ਸਾਰੇ ਬੱਚਿਆਂ ਨੂੰ ਕਲੀਅਰ ਹੋਗਾ? ਜੇ ਨਹੀਂ ਕਲੀਅਰ ਹੋਦਾ ਪਲੀਜ਼ ਮੈਸੇਜ ਕਰਕੇ ਦੱਸ ਦਿਓ। ਹਾਂਜੀ, ਹੁਣ ਅਗਲੀ ਪਰਿਭਾਸ਼ਾ ਤੇ ਆਪਾਂ ਚੱਲਦੇ ਹਾਂ ਅਗਲੇ ਸਵਾਲ ਤੇ। ਅਗਲਾ ਜਿਹੜਾ ਸਵਾਲ ਹੁੰਦਾ ਹੈ, ਹੁਣ ਆਪਣੇ ਕੋਲ ਇਹ ਆ ਗਿਆ ਜੀ ਬਾਈਨਰੀ ਸੀਗਾ ਜੀ 24 ਦਾ 110000, ਤੇ ਆਪਣੇ ਕੋਲ ਔਕਟਲ ਸੀਗਾ ਜੀ, ਆਪਣੇ ਕੋਲ ਔਕਟਲ ਸੀਗਾ ਜੀ 30, ਤੇ ਇੱਥੇ ਆਪਣੇ ਕੋਲ ਸੀਗਾ ਜੀ 18। ਤੇ ਹੁਣ ਕੀ ਪੁੱਛਿਆ ਜਾ ਸਕਦਾ ਕਿ ਜਿਹੜਾ ਬਾਈਨਰੀ ਹੈ ਕੋਈ ਵੀ ਬਾਈਨਰੀ, ਇਹ ਤਾਂ ਚਲੋ ਆਪਾਂ ਨੂੰ ਯਾਦ ਹੈ ਕਿ ਇਹ 24 ਦਾ ਬਾਈਨਰੀ ਹੈ, ਜੇ 24 ਤੋਂ 30 ਤੱਕ ਆਇਆ ਤਾਂ ਆਨਸਰ ਪਤਾ ਹੀ ਹੈ ਸੇਮ ਆਊਗਾ। ਤੇ ਇਸੇ ਤੋਂ ਆਹ ਵਾਲਾ ਆਨਸਰ ਵੀ ਸੇਮ ਆਏਗਾ, ਇਹ ਵਾਲਾ ਆਨਸਰ ਵੀ ਸੇਮ ਆਏਗਾ। ਯਾਨੀ ਕਿ ਆਪਾਂ ਕੀ ਸਿੱਖਣ ਜਾ ਰਹੇ ਹਾਂ ਬਾਈਨਰੀ ਤੋਂ ਔਕਟਲ ਕੱਢਣਾ। ਕੋਈ ਵੀ ਬਾਈਨਰੀ, ਇੱਥੇ ਤੁਸੀਂ ਕੋਈ ਵੀ ਨੰਬਰ ਲਿਖ ਸਕਦੇ ਹੋ ਜੀ, ਕਾਪੀ ਤੇ ਤਾਂ ਆਪਾਂ ਤੁਹਾਡੇ ਸਾਹਮਣੇ ਨਾਲ ਲਿਖਿਆ ਤਾਂ ਕਰਕੇ ਹੈ। ਇੱਥੇ ਤੁਸੀਂ 1 1 0 0 ਕੋਈ ਵੀ ਨੰਬਰ ਲਿਖ ਸਕਦੇ ਹੋ, ਪ੍ਰੋਸੈਸ ਸਾਰਿਆਂ ਵਾਸਤੇ ਸੇਮ ਹੈ। ਉਵੇਂ ਹੈਗਜ਼ਾਡੈਸੀਮਲ ਕਿ ਆਪਾਂ ਇੱਥੋਂ ਔਕਟਲ ਤੋਂ ਹੈਗਜ਼ਾਡੈਸੀਮਲ ਕਿਵੇਂ ਜਾਣਾ ਹੈਗਾ। ਹੁਣ ਬਾਈਨਰੀ ਆਪਾਂ ਨੂੰ ਦਿੱਤਾ ਹੈ ਤੇ ਆਪਾਂ ਸਾਰਿਆਂ ਨਾਲੋਂ ਪਹਿਲਾ ਸਟੈਪ ਲਿਖਾਂਗੇ ਬਾਈਨਰੀ ਤੋਂ ਔਕਟਲ ਜਾਣ ਲਈ ਜੋ ਵੀ ਆਪਣੇ ਕੋਲ ਨੰਬਰ ਗਿਵਨ ਹੈ ਉਹਦਾ ਆਪਾਂ ਕੀ ਕਰ ਲਾਂਗੇ ਜੀ ਇੱਕ ਟ੍ਰਿਪਲੇਟ ਬਣਾ ਲਾਂਗੇ ਜੀ। ਕੀ ਕਰ ਲਾਂਗੇ ਜੀ ਉਹਦਾ ਇੱਕ ਟ੍ਰਿਪਲੇਟ ਬਣਾ ਲਾਂਗੇ। ਇਹ ਨੰਬਰ ਦੇ ਜਿਹੜੇ ਬ੍ਰੈਕਟਸ ਹੈ ਇਹਨੂੰ ਤੋੜ ਕੇ ਇੱਕ ਟ੍ਰਿਪਲੇਟ ਬਣਾ ਲਾਂਗੇ। ਉਹ ਮੈਂ ਤੁਹਾਡੇ ਲਈ ਡਿਫਰੈਂਟ ਕਲਰ ਦੇ ਵਿੱਚ ਲਿਖ ਦਿੰਦਾ ਜੀ, ਬਲੂ ਕਲਰ ਦੇ ਅੰਦਰ ਕਿ 0 0 0, ਇੱਕ ਇਹ ਟ੍ਰਿਪਲੇਟ ਬਣ ਗਿਆ ਜੀ 1 1 ਬਣ ਗਿਆ। ਤੇ ਜਿਹੜਾ ਟ੍ਰਿਪਲੇਟ ਪੂਰਾ ਨਹੀਂ ਆਪਾਂ ਉਹਦੇ ਵਿੱਚ ਆਪਦੇ ਬੰਨਿਓ ਇੱਕ 0 ਐਡ ਕਰ ਲਾਂਗੇ, ਅੱਗੇ ਪਿੱਛੇ ਨਹੀਂ ਐਡ ਹੋਏਗੀ ਜੀ, ਅੱਗੇ ਐਡ ਹੋਗੀ। ਇਹ ਵੀ ਧਿਆਨ ਰੱਖਣਾ ਹੈ ਹਮੇਸ਼ਾ ਅੱਗੇ ਹੀ ਐਡ ਕਰਨੇ, ਕਿਉਂਕਿ ਪਿੱਛੇ ਨਾਲ ਨੰਬਰ ਦੀ ਜਿਹੜੀ ਵੈਲਿਊ ਹੈ ਉਹ ਡੈਮੇਜ ਹੋ ਜਾਏਗੀ। ਇੱਕ ਆ ਆਪਣੇ ਕੋਲ ਸੈੱਟ ਬਣ ਗਿਆ ਜੀ, ਇੱਕ ਆਹ ਆਪਣੇ ਕੋਲ ਸੈੱਟ ਬਣ ਗਿਆ ਜੀ 0 0 1 1 0 0, ਇਹ ਆਪਣੇ ਕੋਲ ਇਹੀ ਬਾਈਨਰੀ ਨੰਬਰ ਬਣ ਗਿਆ। ਹੁਣ ਤੁਹਾਨੂੰ ਯਾਦ ਹੋਊਗਾ ਜਦੋਂ ਆਪਾਂ ਇਹ ਤੋਂ ਇੱਕ ਨੰਬਰ ਕਨਵਰਟ ਕਰਦੇ ਸੀ ਤਾਂ ਆਪਾਂ ਕੀ ਕਰਦੇ ਸੀ 2 ਦੀ ਪਾਵਰ 0 ਤੋਂ ਲੈ ਕੇ 2 ਦੀ ਪਾਵਰ 10 ਤੱਕ ਆਪਣੇ ਕੋਲ ਇੱਕ ਨੰਬਰ ਹੈ 1 ਤੋਂ ਲੈ ਕੇ 1024। ਇਹ ਸਾਰੇ ਬੱਚਿਆਂ ਨੂੰ ਯਾਦ ਹੋਏਗਾ, ਨਹੀਂ ਯਾਦ ਹੈ ਪੂਰੀ ਸੀਰੀਜ਼ ਆਪਾਂ ਰਾਈਟ ਸਾਈਡ ਤੋਂ ਸ਼ੁਰੂ ਕਰਦੇ ਹਾਂ, ਰਾਈਟ ਤੋਂ ਆਪਾਂ ਇਹ ਲਿਖਣਾ ਸ਼ੁਰੂ ਕਰਦੇ ਹਾਂ 1 2 4। ਇਹ ਡਿਫਰੈਂਟ ਸੈੱਟ ਹੈ, ਇਹ ਡਿਫਰੈਂਟ ਸੈੱਟ ਹੈ, ਤਾਂ ਆਪਾਂ ਕੀ ਕਰਨਾ ਹੈ ਡਿਫਰੈਂਟ ਹੀ ਯੂਜ਼ ਕਰਨਾ। ਇੱਦਾਂ ਨਹੀਂ ਕਿ 8 16 32 ਲਿਖਣਾ, 1 2 4। ਇੱਥੇ ਤੁਸੀਂ ਲਿਖ ਵੀ ਸਕਦੇ ਹੋ 1 2 4 8, ਤੁਸੀਂ ਆਪਦੀ ਕਾਪੀ ਦੇ ਪੁਰਾਣੇ ਹਿਸਾਬ ਨਾਲ ਚੱਲ ਸਕਦੇ ਹੋ 32 64 100, ਠੀਕ ਹੈ 64 128 256 512 1004। ਇਹ ਉਹ ਨੰਬਰ ਹੈ। ਉਸ ਤੋਂ ਬਾਅਦ ਆਪਾਂ ਕੀ ਕਰਦੇ ਜਿਹੜਾ 0 ਦੇ ਸਾਹਮਣੇ ਹੈ ਜੀ ਸਾਰਾ ਕੈਂਸਲ ਹੋ ਜਾਂਦਾ ਜੀ, 0 ਹੋ ਜਾਂਦਾ ਜੀ। ਇਹ ਸੈੱਟ ਦੀ ਵੈਲਿਊ 0 ਆ ਗਈ। 1 ਦੇ ਸਾਹਮਣੇ 1 ਜੀ, 2 ਦੇ ਸਾਹਮਣੇ 1 ਹੈ, 2 + 1 ਹੌਰੀਜ਼ੌਂਟਲ ਐਡੀਸ਼ਨ ਹੁੰਦੀ ਹੈ ਜੀ, ਵਰਟੀਕਲਾਈ ਮਲਟੀਪਲਾਈ ਹੁੰਦਾ, ਠੀਕ ਹੈ ਜੀ। ਉੱਪਰ ਨੀਚੇ 1 ਨੂੰ 1 ਨਾਲ ਮਲਟੀਪਲਾਈ ਕੀਤਾ 1 ਰਹਿ ਗਿਆ ਜੀ, 2 ਨੂੰ 1 ਨਾਲ ਮਲਟੀਪਲਾਈ ਕੀਤਾ 2 ਰਹਿ ਗਿਆ ਜੀ, 2 + 1 ਕੀ ਹੋ ਗਿਆ ਜੀ ਆਪਣੇ ਕੋਲ 3 ਹੋ ਗਿਆ। ਤਾਂ ਆਪਣੇ ਕੋਲ ਇਸ ਵਾਲੇ ਸੈੱਟ ਦੀ ਵੈਲਿਊ ਕੀ ਆਈ ਜੀ
इस वाले सैट की वैल्यू आ गई 3, तो अपने को इत्थे की वैल्यू आ गई 0। उपर की शुरू किया जी आप, उपर की शुरू किया 30 शुरू किया जी, तो 30 ही आंसर आ गया। तो कोई भी बाइनरी दिता हो तो आप उहदी ऑक्टल वैल्यू की बना सकते हैं, उहदा आंसर आप कट सकते हैं। तो इत्थों आप ये एग्जाम्पल सीख चुके हैं। आप एक होर प्रैक्टिस के लिए करते हैं। अपने कोल 1 1 0 0 1 0 1, यह अपने कोल कोई भी बाइनरी नंबर दिता है, कोई भी बाइनरी नंबर दिता है। इस बाइनरी नंबर का आपां की करना है जी, ऑक्टल कोड करना है। तो ऑक्टल कोड लिए की करना है जी, आपको पता है, आप ब्रैकेट रिमूव कर देंगे जी, ये 3 पेयर के विच लिख लाँगे 1 0 0, अपने को एक रह गया। हुण मैं तुहानूं की दस्सिया सी कि आप हमेशा अगे 0 ऐड करांगे, अपने को 3 पेयर बन गए। उस तो बाद उही मैथड जी 1 2 4 1 2 4 1 2 4, खुद नाल करना, ये नहीं कि सर पेन चला रहा था कि सर के हिसाब नाल ही चलना, खुद भी कर सकते हो। 0 वाला तो कैंसल है, 4 प्लस 4 इंटू 1 4, 1 इंटू 1 1, 4 प्लस 1 की हो गया जी 5 हो गया। ये की हो गया जी 1 0 2, 4 इंटू 1 4, 0 वाला कैंसल है जी, ये 1 रह गया। तो अपने को कोड की आ गया जी 1 4 5, ये अपने को कोड आ गया जी, ऑक्टल कोड आ गया जी किसी बाइनरी का। अदरवाइज इत्थों जे आपां नूं डेसीमल पूछे, जे आपां चैक भी करना होवे 1 1 0 0 1 0 1, इत्थे आपां छोटी छोटी सीरी यूज़ की है, सोनू सिर्फ कन्फ्यूजन ना होवे तां आपां ये स्टैप कर रहे हैं। मतलब इस बाइनरी डेसीमल पूछा गया, फिर आप पूरी सीरीज लिखांगे 1 2 4 8 16 32 64 जी। इत्थे आपां क्यों कीता सी, क्योंकि यह कल्ला कल्ला सैट है, 3 सैट भी हो सकते हैं, 2 भी हो सकते हैं, 4 भी हो सकते हैं, किन्ने भी हो सकते हैं, बट सारे सैट की वैल्यू अलग अलग आएगी। इत्थे अपने को इकट्ठा जाना होंगे, जो आप डेसीमल देखते हैं। वर्टिकली मल्टीप्लाई जी 1 आ गया, 0 वाला कैंसल है जी, आ 4 आ गया जी, आ भी कैंसल है, आ भी कैंसल है जी, 64 आ गया जी, आह 32 आ गया जी। ये बाद चो आप ऐड कर देने होंगे जी, तो अपने को कितना हो गया जी 64 ते 32 कितना हो गया जी 96 हो गया जी। ध्यान नाल अपने खुद भी नाल कैलकुलेट कर सकते हो, ठीक है जी। ये 96 हो गया अपने को, ते नाल 5 ऐड करके अपने को की आ गया जी, ये 101 नंबर आ गया। लेकिन ये की आया जी डेसीमल आया उस बाइनरी का। तो अपने को ऑक्टल कोड की आया जी 145। आप हुणी देख लेना लैफ्ट राइट, अपने को की बनता, अपने को जी ये 101 आया। 101 नूं 101 आया जी अपने को, 101 नूं जी आप 8 नाल डिवाइड करते हैं, देखते हैं कि अपने को आंसर सेम आता है जी कि नहीं सेम आता। 8 1 8 जी 21, 8 दूनी 16 जी, 16 तो बाद कितना बच गया जी 5 बच गया, 8 एकम 8 जी, पिछे बच गए 4, अपने को कितना आ गया जी 145 आ गया। देखो जी आप वही कैलकुलेट किया सीगा जी पिछे 145। इट मीनस कि बाइनरी आपां नूं इत्थे दिता होया सी, बाइनरी तो आपां ये ऑक्टल कोड कढ लिया। जे आपां नूं कोई डाउट लगे बाइनरी तो आपां नूं डेसीमल भी एग्जाम दे विच पूछा जा सकता है। डेसीमल अपने को आ गया, तो डेसीमल नूं ही आपां डिवाइड करके चैक कर लिया कि नहीं जी अपना कोड सही सी। चाहे इत्थों लैफ्ट तो पकड़ लो, इस तरीके नाल घुमा के पकड़ लो, वैल्यू सेम ही रहनी चाहिए है। जे वैल्यू सेम नहीं आती जी, ਇਹਦਾ मतलब की है जी कि आपां किते गलती कर चुके हैं, ਜਾਂ बाइनरी च ਜਾਂ किसी कन्वर्जन के अंदर मिसटेक हो चुकी है। इत्थों तक आपां हाफ वे पार्ट अपना कंप्लीट कर चुके हैं, जो कि आपां अज स्टार्ट किया सी। आपां स्टार्ट किया सी कि 1 1 0 0, होप ये तुहानूं क्लीयर होया होएगा जी। बाइनरी सीगा, इत्थे की सीगा जी 30 सीगा जी, ਇਹਦੀ ਆਪਾਂ एग्जाम्पल भी चैक कर ली। इत्थे अपने को 18 सीगा जी, ये अपनी चली आ रही एग्जाम्पल 24 दी जी, क्योंकि 24 ਦੇ ਹੀ ਕੋਡ ਨੇ ਸਾਰੇ ਇਹ। ਤੇ ਆਪਾਂ ਇਹ ऑक्टल तक प्रूव कर लिया कि 3 ਦੇ ट्रिपलेट 'ਚ बन ਲਾਂਗੇ जी। तो उस बार 1 2 4 ला के ਆਪਾਂ जिमें आप पहला ऐड करते उन्होंने ऐड करके नंबर सामने आ जाएगा। हाँ जी, लास्ट स्टैप जी, हुण आप हैक्साडेसिमल कोड देखांगे कि इस कोड के अंदर किवें जाएगा। हुण इत्थे अपने कोल की सीगा जी, इत्थे अपने कोल सीगा जी ट्रिपलेट, लेकिन जो आप हैक्साडेसिमल कोड करना है जी, इत्थे ये समझना कि क्वाड है या अपना टैटर है, 4 टाइम्स आप पेयर लेना है, 4 का एक आप सैट बनाना है। जो भी शब्दावली तुसीं यूज़ कर सकते हो,
ਜੋ ਵੀ ਤੁਹਾਨੂੰ ਖੁਦ ਪਰਸਨਲ ਸਮਝ ਆਉਂਦੇ ਕਿ 4 ਹੈ ਜੀ, ਆਪਾਂ ਕਲੀ ਜੋਟੇ ਦੇ ਹਿਸਾਬ ਨਾਲ ਕਹਿ ਦਿੰਦੇ ਆ ਜੀ ਕਿ ਇਹ ਘੱਟ ਹੈ ਵੱਧ ਹੈ, ਆਪਾਂ ਕਲੀ ਤਾਂ ਸਾਰਿਆਂ ਦੀ ਸੇਮ ਹੀ ਹੈ ਨਾ ਜੀ, ਜੋਟਾ ਵੀ ਸੇਮ ਹੈ। ਉਸ ਤਰੀਕੇ ਨਾਲ ਤੁਸੀਂ 4 ਦੇ ਲਈ ਕੋਈ ਵੀ ਸ਼ਬਦ ਯੂਜ਼ ਕਰ ਸਕਦੇ ਆ, ਬਸ ਉਹਨੂੰ ਯਾਦ ਰਹਿਣਾ ਚਾਹੀਦਾ ਹੈ। ਹਾਂਜੀ, ਹੁਣ ਆਪਾਂ ਇੱਥੇ ਹੀ ਨਾਲ ਕੈਲਕੂਲੇਸ਼ਨ ਕਰਾਂਗੇ ਜੀ। 1 ਇਕੱਲਾ ਰਹਿ ਗਿਆ ਜੀ, ਇੱਥੇ ਆਪਣੇ ਕੋਲ 4 ਦਾ ਪੇਅਰ ਬਣ ਗਿਆ, ਇੱਕ ਆ ਬਣ ਗਿਆ, ਇੱਕ ਆ ਬਣ ਗਿਆ। ਹੁਣ ਤੁਸੀਂ ਕੀ ਕਹੋਗੇ, ਉੱਥੇ ਆਪਾਂ 0 ਆਪਦੇ ਕੋਲ ਐਡ ਕੀਤੀ ਸੀ, ਇੱਥੇ ਵੀ ਸੇਮ ਆਪਾਂ ਨੂੰ 0 ਐਡ ਕਰਨੀ ਪਏਗੀ। ਲੋ ਜੀ, ਇੱਥੇ ਆਪਾਂ ਆਪਦੇ ਹਿਸਾਬ ਨਾਲ 0 ਐਡ ਕਰਤੀ। ਹਮੇਸ਼ਾ ਤੁਹਾਨੂੰ ਕਿਹਾ ਕਿ 0 ਹਮੇਸ਼ਾ ਫਰੰਟ ਵਾਲੇ ਤੋਂ ਐਡ ਹੋਏਗੀ, ਪਿੱਛੇ ਕਦੇ ਨਹੀਂ 0 ਐਡ ਕਰਨੀ। ਦੈਨ ਹੁਣ ਆਪਣੇ ਕੋਲ ਫਿਰ ਉਹੀ ਸਟੈਪ ਰਹਿ ਗਿਆ ਜੀ। ਕੀ ਸਟੈਪ ਰਹਿ ਗਿਆ ਜੀ, ਇੱਥੇ ਆਪਾਂ ਕੀ ਲਿਖਾਂਗੇ, ਉਹੀ ਨੰਬਰ ਸੀਰੀਜ਼ 1 2 4। ਹੁਣ ਤੁਸੀਂ ਕਹੋਗੇ ਸਰ ਇੱਥੇ 8 ਲਿਖਤਾ, 8 ਤਾਂ ਲਿਖਤਾ ਜੀ ਕਿਉਂਕਿ ਉੱਥੇ ਆਪਣੇ ਕੋਲ ਅੱਖਰ ਹੀ 3 ਸੀਗੇ, ਇੱਥੇ ਆਪਣੇ ਕੋਲ ਅੱਖਰ ਕਿੰਨੇ ਆ ਜੀ, ਇੱਥੇ 4 ਅੱਖਰ ਨੇ ਜੀ ਆਪਣੇ ਕੋਲ। 1 2 4 8, ਇੱਥੇ ਵੀ ਜੀ 1 2 4 8। ਤਾਂ ਜੀ ਫਿਰ ਆਪਣੇ ਕੋਲ ਫਿਰ ਉਹੀ ਲਾਸਟ ਸਟੈਪ ਜੀ, ਵਰਟੀਕਲੀ ਆਪਾਂ ਮਲਟੀਪਲਾਈ ਕਰਦੇ ਹਾਂ, ਕਿਉਂਕਿ ਮੈਂ ਲਾਈਨ ਤਾਂ ਮਾਰ ਰਿਹਾ, ਕੱਟ ਤਾਂ ਕਰ ਰਹੇ ਹਾਂ ਕਿਉਂਕਿ 0 ਦੇ ਸਾਹਮਣੇ ਜੋ ਵੀ ਵੈਲਿਊ ਆ ਰਹੀ ਹੈ ਜੀ ਉਹ 0 ਹੀ ਬਣ ਜਾਏਗੀ। 8 ਦੇ ਸਾਹਮਣੇ ਕੀ ਰਹਿ ਗਿਆ ਜੀ, 8 ਹੀ ਰਹਿ ਗਿਆ। 8 1 8, 0 ਵਾਲਾ ਕੈਂਸਲ ਹੋ ਗਿਆ ਜੀ। 1 × 1 ਕੀ ਰਹਿ ਗਿਆ, 8 ਅਲੱਗ-ਅਲੱਗ ਜੀ, 1 ਤੇ 8। ਆ ਦੇਖ ਲਓ ਜੀ ਤੁਹਾਡੇ ਸਾਹਮਣੇ ਉੱਪਰ 18 ਨਜ਼ਰ ਆ ਰਿਹਾ ਜੀ, ਉਸ ਨੰਬਰ ਤੋਂ ਵੀ 18 ਆ ਗਿਆ ਜੀ। ਇਹ 18 ਕਿਵੇਂ ਆਇਆ ਸੀਗਾ, ਯਾਦ ਹੋਊਗਾ, ਜੇ ਭੁੱਲ ਗਏ ਤਾਂ ਦੁਬਾਰਾ ਦੇਖ ਲਓ। 16 × 24, 16 1 16, 8 ਆਪਣੇ ਕੋਲ ਕੀ ਆ ਗਿਆ ਜੀ, ਰਿਮਾਈਂਡਰ ਬਚ ਗਿਆ ਸੀਗਾ। ਤਾਂ ਇੱਥੋਂ ਤੱਕ ਦੇਖੋ ਜੀ, ਕੋਈ ਡਾਊਟ ਹੈ, ਕੋਈ ਪਰੇਸ਼ਾਨੀ ਹੈ, ਕੋਈ ਪੁਆਇੰਟ ਨਹੀਂ ਸਮਝ ਆਇਆ ਤਾਂ ਫਿਰ ਆਪਾਂ ਅੱਗੇ ਚੱਲਦੇ ਹਾਂ। ਹਾਂਜੀ ਸਟੂਡੈਂਟਸ, ਇੱਥੋਂ ਤੱਕ ਕੋਈ ਡਾਊਟ ਹੈ ਜੀ, ਮੈਂ ਫਿਰ ਪੁੱਛ ਰਿਹਾ ਜੀ ਤੁਹਾਨੂੰ ਬਾਰ-ਬਾਰ, ਕੋਈ ਡਾਊਟ ਹੈ, ਕੋਈ ਚੀਜ਼ ਨਹੀਂ ਸਮਝ ਆਈ ਤੁਸੀਂ ਦੱਸ ਸਕਦੇ ਹੋ। ਤਾਂ ਆਪਾਂ ਆਪਦੇ ਕੋਲ ਅੱਜ ਕੀ ਕੀਤਾ ਹੈ ਜੀ, ਕਲੀਅਰ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਆਪਾਂ ਸਾਰਾ ਕਨਵਰਜ਼ਨ ਦੀ ਜਿਹੜੀ ਵੈਲਿਊ ਹੈ ਉਹ ਆਪਾਂ ਕੰਪਲੀਟ ਕਰ ਚੁੱਕੇ ਹਾਂ। ਤੇ ਆਪਾਂ ਆਪਣਾ ਜਿਹੜਾ ਚਾਰਟ ਆ ਫਸਟ ਡੇ ਲਿਖਿਆ ਸੀ ਉਹ ਆਪਾਂ ਹੁਣ ਬਣਾਉਣ ਜਾ ਰਹੇ ਹਾਂ। ਆਪਣੇ ਕੋਲ ਜੀ ਸਾਰਿਆਂ ਨਾਲੋਂ ਪਹਿਲਾਂ ਇੱਕ 24 ਨੰਬਰ ਸੀ ਜਦੋਂ ਆਪਾਂ ਕਲਾਸ ਦੇ ਵਿੱਚ ਆਏ ਸੀ। ਮੈਂ ਤੁਹਾਨੂੰ ਦੱਸਿਆ ਕਿ 24 ਦੇ ਵਿੱਚ ਆਪਾਂ ਜਦੋਂ ਕੋਡ ਲਗਾਇਆ ਤਾਂ ਕੋਡ ਨੂੰ ਕੀ ਕਵਾਂਗੇ ਜੀ, ਡੈਸੀਮਲ ਬਣ ਜਾਏਗਾ ਜੀ। ਤੇ ਜੇ ਆਪਾਂ ਇਸੇ ਨੂੰ ਡਿਵਾਈਡ ਕੀਤਾ, ਡਿਵਾਈਡ ਮਤਲਬ 2 ਨਾਲ ਜਾਂ ਬੇਸ ਨਾਲ, ਜਾਂ ਫਿਰ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹਨੂੰ ਮੈਂ ਲੈਡਰ ਮੈਥਡ ਦਾ ਇੱਕ ਨਾਮ ਦਿੱਤਾ ਹੈ ਜੀ, ਜਿਹਨੂੰ ਆਪਾਂ ਇਸ ਤਰੀਕੇ ਨਾਲ ਚੱਲਦੇ ਹਾਂ ਤਾਂ ਇੱਕ ਲੈਡਰ ਮੈਥਡ ਦਾ ਨਾਮ ਦਿੱਤਾ। ਲੈਡਰ ਮੈਥਡ ਤੋਂ ਆਪਾਂ ਚੱਲੇ ਤਾਂ ਆਪਣੇ ਕੋਲ ਜਿਹੜਾ ਨੰਬਰ ਆਇਆ ਸੀਗਾ ਜੀ, ਇਹੀ ਨੰਬਰ ਆਇਆ ਸੀਗਾ ਜੀ। ਹੁਣ ਤੁਸੀਂ ਨਾਲ ਨਾਲ ਸਿੱਖ ਵੀ ਚੁੱਕੇ ਹੋ, ਇਸ ਨੰਬਰ ਨੂੰ ਆਪਾਂ ਕੀ ਕਹਿੰਦੇ ਆ ਜੀ, ਬਾਈਨਰੀ ਨੰਬਰ ਕਹਿੰਦੇ ਆ। ਬੜੇ ਸਲੋਲੀ, ਬੜੇ ਆਰਾਮ ਦੇ ਨਾਲ ਤੁਹਾਨੂੰ ਮੈਂ ਸਮਝਾ ਰਿਹਾ ਸੋ ਦੈਟ ਕਿ ਟੌਪਿਕ ਬਾਰ-ਬਾਰ ਗਲਤ ਨਾ ਹੋਵੇ। ਇਹਦੇ ਵਿੱਚੋਂ ਬਾਰ-ਬਾਰ ਸਵਾਲ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਆ। ਈਵਨ ਤੁਸੀਂ ਪੰਜਾਬ ਦੇ ਪੇਪਰ ਦੀ ਗੱਲ ਕਰ ਰਹੇ ਹੋ, ਇਹ ਸਵਾਲ ਤਾਂ UPSC ਦੇ ਪੇਪਰਾਂ ਦੇ ਵਿੱਚ ਵੀ ਪੁੱਛੇ ਜਾਂਦੇ, ਜਿਹਦੇ ਵਿੱਚ ਕੰਪਿਊਟਰ ਦਾ ਸਿਲੇਬਸ ਹੁੰਦਾ। ਬਹੁਤ ਹੀ ਇੰਪੋਰਟੈਂਟ ਟੌਪਿਕ ਹੈ। ਉਸ ਤੋਂ ਬਾਅਦ ਜਦੋਂ ਇਸ ਨੂੰ ਆਪਾਂ ਡਿਵਾਈਡ ਬਾਏ 8 ਕੀਤਾ ਜੀ, ਯਾਨੀ ਕਿ ਆਪਾਂ ਇਹਦਾ ਔਕਟਲ ਕੋਡ ਕੱਢਣਾ ਸੀ, ਉਹਦਾ ਬੇਸ ਹੁੰਦਾ, ਤਾਂ ਆਪਣੇ ਕੋਲ ਕੀ ਆਨਸਰ ਆਇਆ ਸੀਗਾ ਜੀ, 30। ਇਹ ਵੀ ਆਪਾਂ ਕਾਹਦੇ ਨਾਲ ਕੀਤਾ ਸੀ ਜੀ, ਇਹ ਵੀ ਲੈਡਰ ਮੈਥਡ ਨਾਲ ਕੀਤਾ ਸੀਗਾ। ਨਾਲ ਨਾਲ ਲਿਖਦੇ ਰਹੋ। ਉਸ ਤੋਂ ਬਾਅਦ 24 ਨੂੰ ਆਪਾਂ ਹੁਣ ਹੀ ਕੀਤਾ ਜੀ, ਇਹ ਤਾਂ ਪਿਛਲੀ ਕਲਾਸ ਦੇ ਵਿੱਚ ਸਿੱਖਿਆ। 24 ਨੂੰ ਆਪਾਂ ਜੋ ਡਿਵਾਈਡ ਬਾਏ 16 ਕੀਤਾ ਤਾਂ ਆਪਣੇ ਕੋਲ ਕੀ ਆਇਆ ਜੀ, 18 ਦਾ ਕੋਡ ਆਇਆ। ਤਾਂ ਇਹ ਆਪਣੇ ਕੋਲ ਸੀਗਾ ਜੀ ਹੈਗਜ਼ਾਡੈਸੀਮਲ। ਇੱਥੋਂ ਤੱਕ ਤੁਹਾਨੂੰ ਸਾਰੀ ਪਿਕਚਰ ਕਲੀਅਰ ਹੋ ਗਈ। ਸਾਰਾ ਵੀ ਆਪਾਂ ਜਿਹੜਾ ਡਿਵਾਈਡ ਕੀਤਾ ਹੈ ਉਹ ਆਪਾਂ ਲੈਡਰ ਮੈਥਡ ਤੋਂ ਡਿਵਾਈਡ ਕਰਕੇ ਸਿੱਖਿਆ ਸਾਰਾ। LCM ਕਹਿ ਲਓ, SCF ਵਾਲੇ ਮੈਥਡ ਨਾਲ ਕਹਿ ਲਓ, ਬਟ ਆਪਾਂ ਇੱਥੇ ਬੇਸ ਜਿੱਥੋਂ ਸ਼ੁਰੂ ਕੀਤਾ ਉੱਥੇ ਹੀ ਐਂਡ ਕਰਨਾ, 2 8 16। ਉਸ ਤੋਂ ਬਾਅਦ ਜਿਹੜਾ ਥੋੜਾ ਜਿਹਾ ਟਵਿਸਟ ਆਇਆ ਸੀ, ਉਹ ਟਵਿਸਟ ਕੀ ਸੀਗਾ ਕਿ ਜੇ ਬਾਈਨਰੀ ਤੋਂ ਹੈਗਜ਼ਾਡੈਸੀਮਲ ਪੁੱਛਿਆ ਹੋਵੇ ਤਾਂ ਕੀ ਕਰਨਾ ਹੈ ਜੀ, ਆਪਾਂ ਕੀ ਕਿਹਾ ਜੀ, 4 ਦਾ ਆਪਾਂ ਇੱਕ ਸੈੱਟ ਬਣਾਵਾਂਗੇ, ਹੁਣੀ ਤੁਹਾਨੂੰ ਸਿਖਾਇਆ। ਤੇ ਜੇ ਕੋਈ ਕੰਪਲੀਟ ਨਹੀਂ ਹੋਇਆ ਤਾਂ 0 ਆਪਾਂ ਆਪਦੇ ਕੋਲੋਂ ਅੱਗੇ ਐਡ ਕਰਾਂਗੇ, ਇਨੀਸ਼ੀਅਲੀ ਐਡ ਕਰਾਂਗੇ। ਫਿਰ ਆਪਾਂ ਕੀ ਕਰਾਂਗੇ ਜੀ, ਸੀਰੀਜ਼ ਦੀ ਸਹਾਇਤਾ ਲਵਾਂਗੇ। ਸੀਰੀਜ਼ ਕਿਹੜੀ ਜੀ, 1 2 4 8। ਉਸ ਤੋਂ ਬਾਅਦ ਵਰਟੀਕਲੀ ਮਲਟੀਪਲਾਈ, ਹੌਰੀਜ਼ੌਂਟਲੀ ਐਡ। ਜਿਵੇਂ ਕਿ ਤੁਹਾਨੂੰ ਮੈਂ ਪੂਰਾ ਮੈਥਡ ਸਿਖਾਇਆ, ਤੁਹਾਨੂੰ ਇੱਕ ਰਿਵੀਜ਼ਨ ਦੇ ਰੂਪ ਦੇ ਵਿੱਚ ਇਹ ਮੈਂ ਦੱਸ ਰਿਹਾ। ਪੂਰੀ ਦੀ ਪੂਰੀ ਸ਼ੀਟ ਇਹ ਇੱਕ ਤਰੀਕੇ ਨਾਲ ਲੈਂਡਸਕੇਪ ਮੋਡ ਦੇ ਵਿੱਚ ਤੁਸੀਂ ਰੱਖ ਸਕਦੇ ਹੋ। ਉਸ ਤੋਂ ਬਾਅਦ ਜਦੋਂ ਆਪਾਂ ਬਾਈਨਰੀ ਤੋਂ ਔਕਟਲ ਕੀਤਾ, ਇਹ ਵੀ ਆਪਾਂ ਉਵੇਂ ਕੀਤਾ। ਕਿਵੇਂ ਕੀਤਾ ਜੀ, ਆਪਾਂ 3 ਦਾ ਕੀ ਬਣਾ ਲਿਆ ਜੀ, ਇੱਕ ਟ੍ਰਿਪਲੇਟ ਬਣਾ ਲਿਆ ਜੀ। ਟ੍ਰਿਪਲੇਟ ਤੋਂ ਬਾਅਦ ਕੀ ਕੀਤਾ ਜੀ, ਆਪਾਂ ਆਪਦੇ ਵੱਲੋਂ ਜੇ ਕੋਈ ਕੰਪਲੀਟ ਨਹੀਂ ਸੀਗਾ ਤਾਂ 0 ਐਡ ਕਰ ਲਈ, ਅਦਰਵਾਈਜ਼ ਕੋਈ ਦਿੱਕਤ ਨਹੀਂ। ਫਿਰ ਆਪਾਂ ਸੀਰੀਜ਼ ਦੀ ਹੈਲਪ ਲਿੱਤੀ। ਸੀਰੀਜ਼ ਆਪਣੇ ਕੋਲ ਕਿਹੜੀ ਸੀ ਜਿਹਦੇ ਵਿੱਚ 4 2 1।
ਇੱਥੇ ਸੀਰੀਜ਼ ਕਿਹੜੀ ਸੀ ਜੀ 8 4 2 1, ਤਾਂ ਉਸੇ ਸੀਰੀਜ਼ ਨੂੰ ਆਪਾਂ ਵਰਟੀਕਲੀ ਮਲਟੀਪਲਾਈ ਹੌਰੀਜ਼ੌਂਟਲੀ ਐਡ ਕਰਕੇ ਇਹ ਨੰਬਰ ਕੈਲਕੂਲੇਟ ਕਰ ਲਿਆ। ਉਸ ਤੋਂ ਬਾਅਦ ਆਪਾਂ ਜਦੋਂ ਬੇਸਿਕ ਸਿੱਖਿਆ ਤਾਂ ਬਾਈਨਰੀ ਤੋਂ ਡੈਸੀਮਲ ਵੀ ਸਿੱਖਿਆ ਸੀ। ਇਹਦੇ ਵਿੱਚ ਮੈਂ ਤੁਹਾਨੂੰ ਹੁਣ ਵੀ ਦੱਸਿਆ 2 0 ਤੋਂ ਲੈ ਕੇ 2 10 ਤੱਕ ਆਪਾਂ ਸ਼ੁਰੂ ਕੀਤਾ, 1 ਤੋਂ ਲੈ ਕੇ 1024 ਦੀ ਹੈਲਪ ਨਾਲ ਚੱਲੇ ਵਰਟੀਕਲੀ ਮਲਟੀਪਲਾਈ ਹੌਰੀਜ਼ੌਂਟਲੀ ਐਡ। ਜੇ ਵਰਟੀਕਲੀ ਮਲਟੀਪਲਾਈ ਹੌਰੀਜ਼ੌਂਟਲੀ ਐਡ ਨਹੀਂ ਯਾਦ ਕਰਨਾ ਤਾਂ ਤੁਹਾਨੂੰ ਇੱਕ ਬੇਸਿਕ ਹੀ ਦੱਸਿਆ, 0 ਦੇ ਜਿਹੜਾ ਸਾਹਮਣੇ ਹੈ ਉਹ ਕੈਂਸਲ ਹੋ ਜਾਏਗਾ, ਬਾਕੀ 1 ਦੇ ਸਾਹਮਣੇ ਵਾਲਾ ਐਜ਼ ਇਟ ਇਜ਼ ਲਿਖਣਾ ਹੈ, ਬਾਕੀ ਐਂਡ ਦੇ ਐਡ ਹੀ ਕਰਨਾ ਸਾਰਿਆਂ ਨੂੰ ਜੋ ਵੀ ਰਕਮ ਆਪਣੇ ਕੋਲ ਆ ਗਈ। ਹਾਂਜੀ, ਉਸ ਤੋਂ ਬਾਅਦ ਜਿਹੜਾ ਇੱਕ ਬਿਲਕੁਲ ਈਜ਼ੀ ਮੈਥਡ ਹੈ, ਜਿਹੜਾ ਆਹ ਵਾਲਾ ਸਵਾਲ ਹੈ, ਇਹੀ ਆਪਾਂ ਨਾਲ ਲਾਸਟ ਸਵਾਲ ਆ ਅੱਜ ਦੀ ਕਲਾਸ ਦਾ, ਕਿ ਕਈ ਵਾਰ ਆਪਾਂ ਨੂੰ ਕੋਡ ਦੇ ਦਿੱਤਾ ਜਾਂਦਾ ਹੈ ਹੈਗਜ਼ਾਡੈਸੀਮਲ, ਪੁੱਛ ਲਿਆ ਜਾਂਦਾ ਕਿ ਔਕਟਲ ਦੱਸੋ, ਜਾਂ ਔਕਟਲ ਪੁੱਛਿਆ ਦੇ ਦਿੱਤਾ ਜਾਂਦਾ ਤਾਂ ਆਪਾਂ ਨੂੰ ਪੁੱਛਿਆ ਜਾਂਦਾ ਹੈਗਜ਼ਾਡੈਸੀਮਲ। ਬਸ ਇਹੀ ਆਪਣਾ ਇੱਕ ਲਾਸਟ ਸਵਾਲ ਆ ਜੋ ਕਿ ਇਹ ਟੌਪਿਕ ਦੇ ਵਿੱਚੋਂ ਰਹਿੰਦਾ। ਆਪਾਂ ਇਹ ਸਵਾਲ ਹੁਣ ਸ਼ੁਰੂ ਕਰਨ ਜਾ ਰਹੇ ਹਾਂ, ਤਾਂ ਪਲੀਜ਼ ਧਿਆਨ ਦੇ ਨਾਲ ਆਪਦੀ ਕਾਪੀ ਪੈਨ ਦੇ ਨਾਲ ਪ੍ਰੋਪਰ ਲਿਖ ਲੈਣਾ ਜੀ ਕਾਪੀ ਦੇ ਉੱਪਰ, ਠੀਕ ਹੈ ਜੀ। ਕੋਈ ਦਿੱਕਤ ਆਈ ਤਾਂ ਪਲੀਜ਼ ਦੱਸ ਦਿਓ। ਹਾਂਜੀ, ਹੁਣ ਆਪਣੇ ਕੋਲ ਕੋਈ ਵੀ ਨੰਬਰ ਦਿੱਤਾ ਔਕਟਲ ਕੋਡ ਦੇ ਵਿੱਚ, ਔਕਟਲ ਦੇ ਵਿੱਚ ਆਪਣੇ ਕੋਲ ਨੰਬਰ ਦਿੱਤਾ ਹੈ ਜੀ 3 4 ਨੰਬਰ ਦਿੱਤਾ। ਛੋਟੇ ਨੰਬਰ ਤੋਂ ਚੱਲਦੇ ਹਾਂ, ਫਿਰ ਆਪਾਂ ਅਗਲੀ ਕਲਾਸ ਤੇ ਉਵੇਂ ਤਰੀਕੇ ਨਾਲ ਚੱਲਾਂਗੇ। ਚਲੋ ਜੀ, ਹੁਣ ਜੇ ਆਪਾਂ ਇਹ ਲਿਖਣਾ ਹੋਵੇ 34 ਦਾ ਬਾਈਨਰੀ ਬਣਾਉਣਾ ਹੋਵੇ, ਕਿਵੇਂ ਬਣਾਵਾਂਗੇ ਜੀ? ਜੇ 34 ਦਾ ਬਾਈਨਰੀ ਬਣਾਉਣਾ ਹੋਵੇ, ਜੇ ਇਸੇ ਦਾ ਬਾਈਨਰੀ ਕੋਡ ਲਿਖਣਾ ਹੋ, ਤੁਸੀਂ ਕਹੋਗੇ ਸਰ ਇਹ ਤਾਂ ਜੀ ਫਿਰ ਦੁਬਾਰਾ ਸਰ ਉਸੇ ਮੈਥਡ ਨਾਲ ਜਾਣਾ ਪਏਗਾ, ਸਰ ਕਿਵੇਂ ਲਿਖਾਂਗੇ? ਨਹੀਂ, ਲਿਖ ਸਕਦੇ ਹਾਂ। ਹੁਣ ਆਪਾਂ ਜਿਵੇਂ ਨੀਚੇ ਤੋਂ ਉੱਪਰ ਤੱਕ ਆਏ ਸੀ ਤਾਂ ਉੱਪਰੋਂ ਨੀਚੇ ਤੱਕ ਜਾਣਾ, ਜਿਵੇਂ ਕਿ 4 ਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ ਕਿ ਇਸ ਤਰੀਕੇ ਨਾਲ ਲਿਖ ਸਕਦੇ ਹਾਂ ਜੀ ਔਕਟਲ ਕੋਡ ਦੇ ਅੰਦਰ 4 ਨੂੰ ਜੀ ਲਿਖ ਸਕਦੇ ਹਾਂ 100, ਬਿਲਕੁਲ ਲਿਖ ਸਕਦੇ ਹਾਂ। 3 ਨੂੰ ਆਪਾਂ 101 ਲਿਖ ਸਕਦੇ ਹਾਂ ਜੀ। ਦੇਖੋ ਧਿਆਨ ਨਾਲ, ਜੇ ਆਪਾਂ ਪੇਅਰਿੰਗ ਵੀ ਕੀਤੀ ਨੰਬਰ ਉਹੀ ਆਏਗਾ, ਜੇ ਅਲੱਗ-ਅਲੱਗ ਤੋਂ ਦੇਖਿਆ ਇਸ ਤਰੀਕੇ ਨਾਲ ਦੇਖ ਲਓ। ਮੈਨੂੰ ਤਾਂ ਹੁਣ ਯਾਦ ਹੈ ਨਾ ਜੀ ਸ਼ੁਰੂ ਤੋਂ, ਤਾਂ ਮੈਂ ਜਲਦੀ ਲਿਖ ਦਿੱਤਾ। ਤੁਹਾਨੂੰ ਸੀਰੀਜ਼ ਪਿਛਲੀ ਵਾਰ ਦਿਖਾਈ ਵੀ ਸੀ ਮੈਨੇ, 2 2s are 4 0 2 1s are 2। ਇਹ ਇਹਦਾ ਔਕਟਲ ਕੋਡ ਹੋ ਗਿਆ, ਕਿਉਂਕਿ ਆਪਾਂ ਜਿਹੜੇ ਕੇਸ ਦੇ ਵਿੱਚ ਬੰਨੇ ਹੋਏ ਆ ਉਸੇ ਕੋਡ 'ਤੇ ਲਿਖਣਾ ਹੈ। 3 ਦਾ 3 ਦਾ ਲਿਖਣਾ ਹੈ, 4 ਦਾ 4 ਦਾ ਲਿਖਣਾ ਹੈ। ਬਾਈਨਰੀ ਪੁੱਛਿਆ ਆਪਾਂ ਇਹ ਨੰਬਰ ਲਿਖਤਾ। ਜੇ ਆਪਾਂ ਇਹ ਇਦੋਂ ਉੱਪਰ ਜਾਣਾ ਹੁੰਦਾ ਆਪਾਂ ਜਾ ਸਕਦੇ ਸੀ ਜੀ, ਬਿਲਕੁਲ ਜਾ ਸਕਦੇ ਸੀ ਜੀ। ਇਹਦਾ ਇਹ ਕੋਡ 3 ਦਾ ਜੀ, ਇਹ 4 ਦਾ ਜੀ, 3 ਪੇਅਰ ਦੇ ਹਿਸਾਬ ਨਾਲ ਹਾਂਜੀ ਸਾਡਾ ਔਕਟਲ ਕੋਡ 34 ਬਣ ਰਿਹਾ। ਮਤਲਬ ਆਪਾਂ ਇਹ ਵੀ ਲਿਖ ਸਕਦੇ, ਇਹ ਵੀ ਲਿਖ ਸਕਦੇ ਹਾਂ। ਹੁਣ ਜੇ ਆਪਾਂ ਇਹਨੂੰ ਇਕੱਠਾ ਕਰਤਾ ਅਗਲੇ ਸਟੈਪ 'ਚ, ਇਹ ਆਪਣੇ ਕੋਲ ਕੀ ਬਣ ਗਿਆ ਜੀ? ਬਾਈਨਰੀ। ਇਹ ਆਪਣੇ ਕੋਲ ਬਾਈਨਰੀ ਬਣ ਗਿਆ ਜੀ, ਬਿਲਕੁਲ ਬਣ ਗਿਆ। ਧਿਆਨ ਨਾਲ ਦੇਖੋ, ਬਾਈਨਰੀ ਬਣ ਗਿਆ। ਜੇ 3 ਦਾ ਵੀ ਕਰਨਾ 3 ਦਾ ਕਰ ਲਓ, ਕੋਈ ਦਿੱਕਤ। 2 1s are 2 1, ਦੇਖੋ ਸੌਰੀ 34, ਉਹ ਸਾਰਾ ਹੀ ਰੱਬ ਹੋ ਗਿਆ, ਚਲੋ ਕੋਈ ਗੱਲ ਨਹੀਂ, ਠੀਕ ਹੈ ਜੀ। ਇਹ ਆਪਣੇ ਕੋਲ 100 ਆ ਗਿਆ ਜੀ, ਇਹ ਆਪਣੇ ਕੋਲ 0 1 1 ਆਏਗਾ, ਉਹ ਮੈਂ 101 5 ਦਾ ਲਿਖਤਾ ਸੀਗਾ, ਠੀਕ ਹੈ, ਵੈਰੀ ਸੌਰੀ। ਤਾਂ ਇਹ ਆਪਣੇ ਕੋਲ ਇਹ ਜਿਹੜਾ ਆਪਾਂ ਇਕੱਠਾ ਕਰਤਾ ਤਾਂ ਆਪਣੇ ਕੋਲ ਬਾਈਨਰੀ ਬਣ ਗਿਆ, ਚਾਹੇ ਆਪਾਂ ਨੀਚੇ ਤੋਂ ਉੱਪਰ ਲੈ ਜਾਓ, ਉੱਪਰੋਂ ਚਾਹੇ ਨੀਚੇ ਲੈ ਜੀ, ਠੀਕ ਹੈ ਜੀ। ਬਸ ਇਸ ਗੱਲ ਦਾ ਧਿਆਨ ਰੱਖਣਾ ਹੈ। ਜਿਵੇਂ ਕਿ ਤੁਹਾਨੂੰ ਦੱਸਿਆ 3 ਆਪਾਂ ਉਰੇ ਲਿਖ ਲਿਆ, ਕਿਸੇ ਵੀ ਤਰੀਕੇ ਨਾਲ 2 1s are 2 1, ਤਾਂ 1 1 ਹੈ। 0 ਆਪਣੇ ਆਪ ਹੀ ਦੇਖੋ ਐਡ ਕਰਨੀ ਪੈ ਗਈ, ਕਿਉਂਕਿ ਆਪਾਂ ਨੇ 3 ਦਾ ਕੋਡ ਲੈਣਾ। 4 ਵਾਲਾ ਆਪਾਂ ਕੱਢ ਹੀ ਚੁੱਕੇ ਹਾਂ, ਠੀਕ ਹੈ ਜੀ। ਤਾਂ ਕਨਫਿਊਜ਼ ਨਹੀਂ ਹੋਣਾ। 0 2 1 2 ਕੈਲਕੂਲੇਸ਼ਨ ਦੇ ਵਿੱਚ ਥੋੜਾ ਬਹੁਤ ਐਰਰ ਹੋ ਸਕਦਾ, ਬਟ ਇਹਨੂੰ ਇਸ ਤਰੀਕੇ ਨਾਲ ਚੱਲਣਾ। ਇਹ ਆਪਣੇ ਕੋਲ ਬਾਈਨਰੀ ਆ ਗਿਆ। ਹੁਣ ਤੁਹਾਨੂੰ ਦੱਸਿਆ ਜੀ ਬਾਈਨਰੀ ਇਜ਼ ਮਦਰ ਆਫ ਆਲ ਲੈਂਗੁਏਜ। ਹੁਣ ਬਾਈਨਰੀ ਨੂੰ ਕਿਤੇ ਵੀ ਲੈ ਜਾਓ, ਇਸ ਬਾਈਨਰੀ ਨੂੰ 0 1 1 1 0 0, ਇਸ ਬਾਈਨਰੀ ਨੂੰ ਤੁਸੀਂ ਕਿਤੇ ਵੀ ਲੈ ਕੇ ਜਾ ਸਕਦੇ ਹੋ। ਬਾਈਨਰੀ ਤੋਂ ਆਪਾਂ ਕੀ ਬਣਾ ਸਕਦੇ ਹਾਂ ਜੀ? ਹੁਣ ਹੀ ਤੁਹਾਨੂੰ ਦੱਸਿਆ ਟੇਬਲ ਦੇ ਅੰਦਰ। ਇਸੇ ਬਾਈਨਰੀ ਤੋਂ ਆਪਾਂ ਡੈਸੀਮਲ 'ਚ ਵੀ ਜਾ ਸਕਦੇ, ਇਸੇ ਬਾਈਨਰੀ ਨੂੰ ਆਪਾਂ ਹੈਗਜ਼ਾਡੈਸੀਮਲ ਦੇ ਵਿੱਚ ਵੀ ਜਾ ਸਕਦੇ। ਹੈਗਜ਼ਾਡੈਸੀਮਲ 'ਚ ਕਿਵੇਂ ਜਾਵਾਂਗੇ ਜੀ? ਇਹਦੇ ਆਪਾਂ 4 ਪੇਅਰ ਕਰ ਦਾਂਗੇ ਜੀ, ਤਾਂ ਹੈਗਜ਼ਾਡੈਸੀਮਲ ਆ ਜਾਊਗਾ। ਜਾਂ ਫਿਰ ਇਹਦੇ ਉੱਪਰ 2 0 ਤੋਂ ਲੈ ਕੇ ਪੂਰੀ ਸੀਰੀਜ਼ ਲਗਾ ਦਵਾਂਗੇ ਤਾਂ ਉਹ ਆਪਣੇ ਕੋਲ ਨੰਬਰ ਆ ਜਾਏਗਾ। ਇਹ ਆਪਾਂ ਕਰਕੇ ਦੇਖਦੇ ਹਾਂ, ਬਿਲਕੁਲ ਕਰਕੇ ਦੇਖਦੇ ਹਾਂ, ਠੀਕ ਹੈ ਜੀ। ਮੈਂ ਰੱਬ ਕਰਨ ਜਾ ਰਿਹਾ, ਤਾਂ ਤੁਸੀਂ ਪਲੀਜ਼ ਆਪਦੀ ਕਾਪੀ 'ਤੇ ਧਿਆਨ ਰੱਖਿਓ ਕਿ ਕੀ ਕੋਡ ਸੀਗਾ ਆਪਣੇ ਕੋਲ। 0 1 1 1 0 0, ਇਹ ਆਪਣੇ ਕੋਲ ਬਾਈਨਰੀ ਕੋਡ ਸੀ। 34 ਇਹਦਾ ਕੀ ਸੀਗਾ ਜੀ? ਔਕਟਲ ਕੋਡ ਸੀਗਾ। ਤਾਂ ਫਸਟ ਆਪਾਂ 4 ਪੇਅਰ ਵਾਲਾ ਲਿਖ ਰਹੇ ਹਾਂ, 1 1 0 0 0
तो अपने कोल की बच गया एंड ते 0 1 यही कोड सीगा जी। ठीक है जी, क्लीयर है ये वाला। तो ये अपने कोल 0 0 1 ये मैं 4 दे विच वंड लिया, ये भी 4 दे विच वंड लिया। उस तो बाद 1 2 4 8 1 2 4 लिखना सारा, जो प्रैक्टिस होगी चाहे कैंसल कर दियो। ठीक है जी, ये अपने कोल आ गया 1, आह अपने कोल की आ गया जी, ये कैंसल हो गया। 8 ते 4 की है जी 12। हुण इत्थे की ध्यान रखना है, इनू 112 नहीं लिखना, इनू 112 नहीं लिखना। 10 नूं आपां की लिखिया सी जी ए, 11 नूं की लिखिया सी जी बी, 12 नूं की लिखिया सी जी सी। तां ही तुहानूं मैं सवाल कराया। तो जिहड़ा कोड है इहदा आंसर अपने कोल की बन गया जी, मैं इत्थे लिख देना 1C। ये अपने कोल 1C आ गया जिहड़ा कोड है जी। इस तरीके नाल लिख लो, थोड़ी जी हो डिफरेंसीएशन हो जाएगी। 1C ये कोड है। हुण जी ओपोजिटली पूछा जाता 1C तुहानूं दे दिता जाता, ये पुछे दे ऑक्टल पुछदे, फिर की करते C का कोड लिखते 12, 12 तो फिर उपर, फिर उस तरीके नाल बाइनरी आ जाता, बाइनरी तो 3 पेयर दे विच करके आपां अगे जा सकते सी। ये भी सवाल बहुत बार पेपरां 'च पूछा गया, ये भी आपां हुण ही करांगे। ठीक है जी, ये क्लीयर हो गया। उस तो बाद यही मैं तुहानूं की दस्सिया सी, आपां डेसीमल दे विच भी चैक कर सकते हैं 1 0 0। ये अपने कोल पूरा कोड सी 1 2 4 8 16 32। ये आप डेसीमल चैक कर रहे हैं। तो अपने कोल की आ गया जी 16 ते 8 24, 24 ते 4 28। खुद भी दी कापी ते तुसीं खुद भी देख सकते हो। अपने कोल की आ गया जी 28, अपने कोल की आ गया जी डेसीमल आ गया। हुण जे इसे तो चैक करना हो कि 1C आंदा है, बिल्कुल आऊगा जी 1C। 1C क्यों नहीं आऊगा? 16 ना चैक करते हैं, 28 आ गया जी। 16 दूना 32 होंगे तो जाएगा नहीं, 16 1 16 जी। डेसीमल कितना बन गया जी, बाहर रिमाइंडर कितना बन गया जी 12 बन गया। 1 ते 12, 12 नूं आपां की लिखांगे जी C लिखांगे। लो जी उही आंसर आया जी अपने को। 1 ते C आया, थोड़ा जिहा नीचे लिखा गया 1। आ कोड की है जी C है। आ भी इत्थों भी सेम आ गया। आह अपने को अलग मैथड सी, इनू आपां 4 पेयर दे विच लिखिया, क्योंकि ये बाइनरी आपां कित्थों बनाया सी जी 34 दे कोड तो बनाया सी। 34 अपने को नंबर सी, इहदा आपां 4 लिखता, ये आपां 3 दा कोड लिखता। ये वाला देखो जी, कोई दिक्कत परेशानी इहदे विच, ये पूरी दी पूरी नूं पोज करके भी देख लिओ, नहीं तो सिंपली स्टैप दे नाल। हाँ जी, सुनन नाल या मेरे नाल प्रैक्टिस करन नाल नहीं जी ये सवाल हल होना, खुद पैन चला के प्रैक्टिस करनी है। चलो आपां एक होर प्रैक्टिस करते हैं, सो दैट तुहानूं होर एक पक्का हो जाए। तो इस क्लास नूं आपां ओवर भी उस तरीके नाल करांगे। हुण तुसीं कहो सर उसे कोड नाल करके दिखाओ। मान लो आपां जी इत्थे लिख लिया 2D लिख लिया, 2D कोई कोड सी, इहदा आपां नूं की पुछिआ जी ऑक्टल पुछिआ। चैक आपां सारा ही करांगे, नहीं तो 28 नूं भी तुसीं चैक कर सकते जी 8 नाल, 8 दूनी 16। ठीक है जी, उस तरीके नाल 8 करके 2 ते अपने कोल उस तरीके नाल कोड बन जाना जी 8 ते 24 ते नाल 34 वाला कोड भी अपने नाल सामने नज़र आ रहा सीगा। ठीक है जी, तो 2D लिखता, ਇਹਦਾ ਕੀ ਪੁੱਛਿਆ ਜੀ ऑक्टल ਕੱਢਣਾ। ਹੁਣ ਆਪਾਂ ਨੂੰ ਇੱਕ ਵੀ ਤੁਹਾਨੂੰ ਦੱਸਿਆ ਕਿ ਆਪਣੇ ਕੋਲ ਜੇ ਬਾਈਨਰੀ ਆ ਗਿਆ, ਬਾਈਨਰੀ ਇਜ਼ ਮਦਰ ਆਫ ਆਲ। ਬਾਈਨਰੀ ਨੂੰ ऑक्टल 'ਚ ਲੈ ਜਾਓ, ਬਾਈਨਰੀ ਨੂੰ ਡੈਸੀਮਲ 'ਚ ਲੈ ਜਾਓ, ਕਿਤੇ ਵੀ ਲੈ ਜਾਓ। ਬਾਅਦ 'ਚੋਂ ਡੈਸੀਮਲ ਜਿੱਥੇ ਮਰਜ਼ੀ ਚੈੱਕ ਕਰ ਲਓ डिवाइड करके। वो सिर्फ चैक तां दिखाया कि सूँ आपदे आप ते विश्वास हो कि सारा आंसर सेम है, तो किसी भी तरीके तो पूछा जा सकता है। चलो जी 2 है, हुण 2 का जिहड़ा कोड है वो की आएगा जी 1 0 आएगा, 1 0 ही आएगा। 2 1 2 0 1 0। लेकिन 1 0 आप लिख नहीं सकते, क्योंकि किहड़े कोड च है जी 16 वाले कोड च है। तो आपां इहनूं 2 0 ऐड करके ही लिख पावांगे। ये इदां नहीं लिख सकते इकल्ला 1 0। जिवें आपां उत्थे 3 च लिखिया सी, जिवें जिवें वंडिया गया उवें उवें उस नोटेशन के अंदर लिखना है। हुण अपने कोल जी जिहड़ा ए दा कोड सीगा 10 सीगा, बी दा कोड 11 सीगा जी, सी दा 12 सीगा, डी दा कोड की होऊगा जी 13। डी दा कोड है जी 13। हुण 13 दा आपां किवें लिखांगे, कढना कढ लो, नहीं तो नॉर्मल तरीके नाल भी आप लिख सकते हैं, क्योंकि बनाना कित्थों हुंदा है जी 8 4 2 1 तो ही बनाना हुंदा है। 13 किवें बनूगा 8 4 12 ते 13 1 1 0 1। यह कोड है जी इहदा। या फिर जिहड़ा बेसिक है, इहदी सारी एक्सरसाइज मैंने दिती हुई है पीछे, उस तरीके नाल आपां कर सकते हैं। ठीक है जी, 2 1 2 ऐ 1 0 1 करके भी लिख सकते हो। तो अपने को आ गया ये 1 1 0 1। ये अपने को अलग अलग कोड आ गया। जो आप इनू इकट्ठा करता है कि बन जूगा जी बाइनरी, जीरो रखनिया रख लो, नहीं कोई गल नहीं। ये अपने को बन गया जी बाइनरी कोड बन गया।
101101 ਇਹ ਆਪਣੇ ਕੋਲ ਅਖੀਰ ਤੇ ਕੋਡ ਆਪਣੇ ਕੋਲ ਨਜ਼ਰ ਆ ਰਿਹਾ, ਇਹ ਮੈਂ ਰੱਬ ਕਰ ਰਿਹਾ ਸੋ ਦੈਟ ਆਪਾਂ ਬਾਕੀ ਜਿਹੜਾ ਸਵਾਲ ਹੈ ਐਂਡ ਤੇ ਬਹੁਤ ਵਧੀਆ ਤਰੀਕੇ ਨਾਲ ਇਹਨੂੰ ਕਲੋਜ਼ ਕਰੀਏ, ਸੋ ਦੈਟ ਕਿ ਜਿਹੜਾ ਆਪਣਾ ਟੌਪਿਕ ਆ ਬਹੁਤ ਅੱਛੇ ਤਰੀਕੇ ਨਾਲ ਖਤਮ ਹੋਵੇ ਤੇ ਤੁਹਾਨੂੰ ਸਾਰੇ ਚੀਜ਼ਾਂ ਬਹੁਤ ਵਧੀਆ ਤਰੀਕੇ ਨਾਲ ਕਲੀਅਰ ਹੋਣ। ਹੁਣ ਆਪਣੇ ਕੋਲ ਇਹ ਆ ਗਿਆ ਜੀ ਬਾਈਨਰੀ 101101। ਹਾਂਜੀ ਓਕਟਲ ਵਾਸਤੇ ਕਿੰਨੇ ਹੈ ਜੀ 3 ਪੇਅਰ ਹੈ ਜੀ, ਕਰ ਲਓ ਜੀ 3 ਪੇਅਰ ਦੂਰੋਂ ਹੀ ਦਿਖ ਰਿਹਾ ਜੀ 101 101। ਹੁਣ ਤਾਂ ਪ੍ਰੈਕਟਿਸ ਹੋ ਜਾਣੀ ਚਾਹੀਦੀ ਹੈ। 5 5 101 ਜਾਂ ਛੋਟਾ ਜਿਹਾ ਲਿਖਣਾ ਲਿਖ ਲਓ 1 2 4 5 ਰਹਿ ਗਿਆ 1 2 4। ਇਹ ਆਪਣੇ ਕੋਲ ਕੀ ਆ ਗਿਆ ਜੀ 55 ਆ ਗਿਆ, ਓਕਟਲ ਕੋਡ ਆ ਗਿਆ। ਅਦਰਵਾਈਜ਼ ਜੇ ਇਸ ਨੂੰ ਡੈਸੀਮਲ ਦੇ ਵਿੱਚ ਕਰਨਾ ਹੁੰਦਾ ਆਪਣੇ ਕੋਲ 101101 1 2 4 8 16 32। ਇੱਥੇ ਜੀ ਸ਼ਾਰਟਕਟ ਦੇ ਵਿੱਚ ਕੀਤਾ। ਕੁਝ ਬੱਚੇ ਹੋ ਸਕਦਾ ਗੁੱਸਾ ਕਰਨ ਕਿ ਸਰ ਤੁਸੀਂ ਤਾਂ ਜਲਦੀ ਜਲਦੀ 'ਚ ਕਰਤਾ। ਤੁਹਾਨੂੰ ਮੈਂ ਦੱਸਿਆ ਸੀ ਕਿ ਹੌਲੀ ਹੌਲੀ ਯਾਦ ਹੋ ਜਾਊਗਾ ਤੁਹਾਨੂੰ ਇਹ 124 124। ਕੁਝ ਬੱਚੇ ਮੈਸੇਜ ਨਹੀਂ ਸਰ ਨਾਲ ਦੀ ਨਾਲ ਦੱਸੋ। ਆ ਦੇਖੋ 2 ਵਾਲਾ ਕੈਂਸਲ ਹੋ ਗਿਆ ਜੀ 4 ਤੇ 1 5 4 + 1 5। ਤਾਂ ਇਸ ਕਰਕੇ ਮੈਂ ਜਲਦੀ ਹੀ ਇਸ ਕੋਡ ਨੂੰ 55 ਦੇ ਵਿੱਚ ਕਨਵਰਟ ਕਰਤਾ। ਇੱਥੇ ਵੀ ਕਨਵਰਟ ਹੋ ਸਕਦਾ ਜਲਦੀ, ਜਿਵੇਂ ਮੈਂ ਤੁਹਾਨੂੰ 13 ਦਾ ਕੋਡ ਸਿੱਧਾ ਹੀ ਲਿਖ ਕੇ ਦੱਸਤਾ ਕਿ 1101 ਹੈ। ਇਹ ਤੁਸੀਂ ਪ੍ਰੈਕਟਿਸ ਨਾਲ ਹੀ ਆਏਗਾ, ਇਸ ਇੱਦਾਂ ਨਹੀਂ ਆਏਗਾ ਕਿ ਸਰ ਨਾਲ ਕਰ ਲਿਆ। ਠੀਕ ਹੈ ਜੀ। ਇੱਥੇ ਆਪਣੇ ਕੋਲ ਆ ਗਿਆ ਜੀ ਇਹ ਵਾਲਾ ਕੈਂਸਲ ਹੈ ਜੀ 32 ਤੇ 8 40 ਜੀ, ਤੇ ਨਾਲ 4 ਤੇ 1 5 45 ਆ ਗਿਆ ਜੀ। ਆਪਣੇ ਕੋਲ 45 ਕੀ ਹੈ ਜੀ ਡੈਸੀਮਲ ਹੈ। ਚਲੋ ਜੀ ਫਿਰ ਆਪਾਂ ਚੈੱਕ ਕਰਦੇ ਹਾਂ ਕਿ ਦੁਬਾਰਾ ਇੱਥੇ ਗੇਮ ਘੁੰਮ ਜਾਏਗੀ ਜੀ। ਬਿਲਕੁਲ ਘੁੰਮ ਜਾਏਗੀ ਜੀ, ਕਿਉਂ ਨਹੀਂ ਘੁੰਮੇਗੀ ਜੀ। 8 5 40 ਜੀ, 5 ਬਚ ਗਿਆ ਜੀ। ਦੇਖੋ 55 ਇੱਧਰ ਆ ਰਿਹਾ 55 ਹੀ ਇੱਧਰ ਆ ਰਿਹਾ। ਹੁਣ ਇਸੇ 45 ਨੂੰ ਜੇ ਚੈੱਕ ਕਰਨਾ ਹੋਵੇ ਵੀ 2D ਆਂਦਾ ਜੀ, ਬਿਲਕੁਲ 2D ਕਿਉਂ ਨਹੀਂ ਆਏਗਾ ਜੀ, ਬਿਲਕੁਲ ਆਏਗਾ ਜੀ। 45 ਆਪਾਂ ਲਿਖ ਦਿੰਦੇ ਹਾਂ। ਥੋੜਾ ਜਿਹਾ ਤੁਸੀਂ ਕਹੋਗੇ ਸਰ ਸਾਰਾ ਕੁਝ ਇੱਥੇ ਹੀ ਕਰਤਾ, ਕਿਉਂਕਿ ਦਿਖਾਉਣਾ ਹੀ ਤੁਹਾਨੂੰ ਇੱਥੇ ਹੀ ਸਾਰਾ ਕੁਝ ਕਰਕੇ ਕਿ ਗੇਮ ਇੱਦਾਂ ਚੱਲੀ ਹੈ। ਠੀਕ ਹੈ ਜੀ। 16 ਤੇ 48 ਹੁੰਦਾ ਜਾਏਗਾ ਨਹੀਂ ਜੀ। 16 ਦੂਣਾ 32 ਜੀ, 32 ਤੋਂ ਬਾਅਦ ਕਿੰਨੇ ਬਚ ਗਏ ਜੀ 13 ਬਚ ਗਏ ਜੀ। 13 ਦਾ ਕੋਡ ਕੀ ਹੈ ਜੀ D ਹੈ ਜੀ। ਲਓ ਜੀ ਸਾਰਾ ਆਪਣੇ ਕੋਲ ਜਿਹੜੀ ਗੇਮ ਆਪਾਂ ਸਟਾਰਟ ਕੀਤੀ ਸੀ 2D ਤੋਂ ਬਾਈਨਰੀ ਦੇ ਚੱਲ ਪਹੁੰਚ ਗਏ ਜੀ, ਓਕਟਲ ਦੇ ਪਹੁੰਚ ਗਏ। ਬਾਈਨਰੀ ਕੋਡ ਤੋਂ ਡੈਸੀਮਲ ਕੱਢ ਲਿਆ ਜੀ 45। 45 ਨੂੰ ਡਿਵਾਈਡ ਕਰਕੇ ਵੀ ਚੈੱਕ ਕਰ ਲਿਆ 8 ਨਾਲ, ਫਿਰ ਵੀ 55 ਆ ਰਿਹਾ ਜੀ। ਬਾਈਨਰੀ ਨੂੰ 3 ਵਾਰ ਪੇਅਰ ਕਰ ਲਿਆ ਜੀ, ਫਿਰ ਵੀ 55 ਆ ਰਿਹਾ। ਤੇ ਉਸੇ ਡੈਸੀਮਲ ਨੂੰ ਡਿਵਾਈਡ ਕੀਤਾ 16 ਨਾਲ, ਫਿਰ ਵੀ 2D ਆ ਰਿਹਾ ਜੀ। ਕੋਈ ਵੀ ਡਾਇਰੈਕਸ਼ਨ ਦੇ ਵਿੱਚ ਤੁਹਾਨੂੰ ਇਹ ਸਵਾਲ ਆ ਸਕਦਾ ਹੈ ਜੋ ਤੁਹਾਨੂੰ ਮੈਂ ਪਿਛਲੀ ਵਾਰ ਇਹ ਸਲਾਈਡਰ ਦੇ ਉੱਪਰ ਦੱਸਿਆ ਸੀ। ਇੱਥੇ ਤੱਕ ਕੋਈ ਵੀ ਡਾਊਟ ਆ ਤੁਸੀਂ ਪੁੱਛ ਸਕਦੇ ਹੋ। ਇਹ ਸਾਰਾ ਦਾ ਸਾਰਾ ਇਸ ਸਲਾਈਡ ਦੇ ਨਾਲ ਜੁੜਿਆ ਹੋਇਆ ਹੈਗਾ। BD 4E ਕਿਸੇ ਤਰੀਕੇ ਨਾਲ ਤੁਸੀਂ ਇਹਨੂੰ ਕਨਵਰਜਨ ਹੁਣ ਕਨਵਰਟ ਕਰ ਸਕਦੇ ਹੋ। ਸਾਰੇ ਟੇਬਲ ਨਾਲ ਤੁਹਾਨੂੰ ਦਿੱਤੇ ਹੋਏ ਹੈ। ਡੈਸੀਮਲ ਤੋਂ ਓਕਟਲ ਪੁੱਛਿਆ ਜਾ ਸਕਦਾ, ਤਾਂ ਹੀ ਐਰੋ ਲਾਏ ਹੋਏ। ਆਪਸ 'ਚ ਵੀ ਪੁੱਛਿਆ ਜਾ ਸਕਦਾ। ਆਪਾਂ ਇਹ ਸਾਰਾ ਦਾ ਸਾਰਾ ਚੈਪਟਰ 2 ਕਲਾਸਾਂ ਦੇ ਵਿੱਚ ਪੂਰਾ ਕੀਤਾ ਹੈ। ਇੱਕ ਕਲਾਸ ਪਿਛਲੇ ਕੱਲ ਸੀਗੀ, ਇੱਕ ਤੁਸੀਂ ਅੱਜ ਅਟੈਂਡ ਕੀਤੀ ਹੈ। ਇਹ ਦੇਖੋ ਨਾਲ ਇੱਕ ਹਰ ਇੱਕ ਸਟੈਪ ਦਿੱਤਾ ਹੋਇਆ 1 2 4 8 16 32 64 128 256 512। ਠੀਕ ਹੈ ਜੀ। ਨਾਲ ਇਹ ਪਲੱਸ ਕਰਕੇ ਐਡ ਕਰਕੇ ਤੁਹਾਡੀ ਪ੍ਰੈਕਟਿਸ ਦੇ ਲਈ ਕਿ ਕੋਈ ਗੱਲ ਭੁੱਲ ਵੀ ਜਾਓ ਤਾਂ ਤੁਸੀਂ ਇੱਥੋਂ ਸਟੈਪ ਬਾਏ ਸਟੈਪ ਯਾਦ ਕਰ ਪਾਓ। ਡੈਸੀਮਲ ਟੂ ਹੈਕਸਾਡੈਸੀਮਲ, ਡੈਸੀਮਲ ਟੂ ਹੈਕਸਾਡੈਸੀਮਲ ਕੋਡ ਕਰਕੇ ਫਿਰ ਬਾਈਨਰੀ ਟੂ ਡੈਸੀਮਲ ਕਨਵਰਜਨ, ਹਰ ਇੱਕ ਪੁਆਇੰਟ ਜੋ ਆਪਾਂ ਪਹਿਲਾਂ ਕੀਤਾ ਉਹ ਉਦੋਂ ਬਾਅਦ ਸਲਾਈਡ ਦੇ ਵਿੱਚ ਵੀ ਦੇਖੋ ਉਵੇਂ ਕੋਡ ਬਣਾਇਆ ਹੋਇਆ 5D। ਆਹ ਸਾਰੇ ਕੋਡ ਹੈਕਸਾਡੈਸੀਮਲ ਦੇ ਲਿਖੇ ਹੋਏ ਆ। ਜੇ ਡਿਵਾਈਡ ਕਰਕੇ ਵੀ ਲਿਖ ਸਕਦੇ ਹੋ ਵੈਸੇ ਯਾਦ ਵੀ ਹੋ ਜਾਣਗੇ ਤੁਹਾਨੂੰ। ਓਕਟਲ ਟੂ ਡੈਸੀਮਲ, ਓਕਟਲ ਟੂ ਬਾਈਨਰੀ, ਉਵੇਂ ਇਹਦਾ ਟੇਬਲ ਵੀ ਬਣਾਇਆ ਹੋਇਆ ਐਂਡ ਤੇ ਕਿ ਜੀ ਹੈਕਸਾਡੈਸੀਮਲ ਟੂ ਬਾਈਨਰੀ ਕਿਵੇਂ ਕਨਵਰਟ ਕਰਨਾ। ਇਹ ਸਾਰਾ ਆਪਾਂ ਦੇਖ ਹੀ ਚੁੱਕੇ ਹਾਂ, ਕਰ ਚੁੱਕੇ ਹਾਂ। ਉਹ ਸਿਰਫ ਸਲਾਈਡ ਆ ਕੇ ਤੁਹਾਡੇ ਲਈ ਤਾਂ ਕੀਤੀਆਂ ਕਿ ਤੁਹਾਨੂੰ ਪਤਾ ਚੱਲ ਜਾਏ ਕਿ ਐਂਡ ਦੇ ਵਿੱਚ ਕੀ ਹੈ। ਪਾਵਰ ਆਫ 2, ਪਾਵਰ ਆਫ 8, ਬਾਈਨਰੀ, ਹੈਕਸਾ। ਦੇਖੋ ਜੀ 5 ਦਾ ਟੇਬਲ ਹੁਣੇ ਕੀਤਾ ਸੀ, 5 ਸਿੱਧਾ ਹੀ ਲਿਖਤਾ। ਆਪਾਂ ਸਿੱਧਾ ਵੀ ਲਿਖ ਸਕਦੇ ਹਾਂ। 13 ਦਾ ਕੋਡ ਆਪਾਂ ਦੇਖੋ D ਲਿਖਿਆ ਸੀ 1101। ਉਸ ਤਰੀਕੇ ਨਾਲ ਆਪਾਂ ਇਸ ਨੂੰ ਦੇਖ ਸਕਦੇ ਹਾਂ। ਸੋ ਇਹਨਾਂ ਸ਼ਬਦਾਂ ਦੇ ਨਾਲ ਹੀ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰੇ ਬੱਚਿਆਂ ਨਾਲ ਜੁੜਨ ਲਈ ਅਭੀਪੀਡੀਆ ਦੇ ਪਲੇਟਫਾਰਮ ਤੇ ਜੇ ਕੋਈ ਵੀ ਡਾਊਟ ਹੋਇਆ ਤਾਂ ਤੁਸੀਂ ਦੱਸ ਸਕਦੇ ਹੋ। ਆਪਾਂ ਉਸ ਦਾ ਨੈਕਸਟ ਕਲਾਸ ਦੇ ਵਿੱਚ ਡਿਸਕਸ ਕਰ ਲਵਾਂਗੇ। ਅਦਰਵਾਈਜ਼ ਮੇਰੇ ਹਿਸਾਬ ਨਾਲ ਕਿ ਤੁਹਾਨੂੰ ਬਹੁਤ ਅੱਛੇ ਤਰੀਕੇ ਨਾਲ ਕਲੀਅਰ ਹੋ ਗਿਆ ਹੋਵੇਗਾ। ਤੇ ਕਮੈਂਟ ਦੇ ਵਿੱਚ ਦੱਸਿਓ ਜ਼ਰੂਰ ਕਿ ਕਿਹੜਾ ਟੌਪਿਕ ਕਿਸ ਤਰੀਕੇ ਨਾਲ ਆਪਾਂ ਹੋਰ ਨੈਕਸਟ ਪੜ੍ਹਨਾ, ਕਿਉਂਕਿ ਬੱਚਿਆਂ ਦੀ ਡਿਮਾਂਡ ਆਈ ਸੀ ਕਿ ਸਰ ਇਹ ਵਾਲਾ ਟੌਪਿਕ ਅਸੀਂ ਅੱਛੇ ਤਰੀਕੇ ਨਾਲ ਕਰਨਾ ਹੈ। ਤਾਂ ਪਲੀਜ਼ ਤੁਸੀਂ ਕਰਕਸ ਦੇ ਅੰਦਰ ਘੱਟ ਟਾਈਮ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਸਵਾਲ ਕਰਵਾ ਕੇ ਸਾਨੂੰ ਇਹ ਕਰਵਾ ਦੇਣਾ ਜੀ। ਇੰਨਾ ਹੀ ਸ਼ਬਦਾਂ ਨਾਲ ਬਹੁਤ ਬਹੁਤ ਧੰਨਵਾਦ ਜੀ। ਬਹੁਤ ਵਧੀਆ ਤਰੀਕੇ ਨਾਲ ਪੜ੍ਹੋ ਤੇ ਨਾਲ ਕਲਾਸਿਸ ਨੂੰ ਵੀ ਰਿਵਾਈਜ਼ ਕਰਦੇ ਰਹੋ। ਥੈਂਕ ਯੂ ਸੋ ਵੈਰੀ ਮੱਚ। ਨੈਕਸਟ ਕਲਾਸ ਦੇ ਵਿੱਚ ਮਿਲਦੇ ਹਾਂ ਜੀ।